ਤੁਸੀਂ ਦਵਾਈਆਂ ਦੀ ਦੁਕਾਨ ਤੇ ਜਾ ਕੇ ਕਦੀ ਪੁੱਛਿਆ ਵੀ ਜੈਨਰਿਕ ਹੈ ਕਿ ਕਿਹੜਾ ਹੈ? ਜੈਨਰਿਕ ਤੁਸੀਂ ਖਾ ਲਓ 20 ਦਿਨ ਤੇ ਤੁਸੀਂ ਐਥੀਕਲ ਦੀ ਇੱਕ ਬ੍ਰਾਂਡਡ ਮੈਡੀਸਨ ਖਾ ਲਓ ਤੁਸੀਂ ਹਾਰਡਲੀ 5 ਦਿਨ, ਕਿਤੇ 5 ਦਿਨ ਤਾਂ ਮਰੀਜ਼ ਨੇ ਠੀਕ ਹੋਣਾ, ਕਿਤੇ 20 ਦਿਨ। ਸਾਡਾ ਮਕਸਦ ਕੀ ਹੈ ਵੀ ਐਡੀ ਲੁੱਟ ਖਸੁੱਟ ਚੱਲਦੀ ਹੈ, ਇਹਨਾਂ ਨੂੰ ਨੱਥ ਪਾਉਣ ਵਾਲਾ ਕੋਈ ਨਹੀਂ। ਇੱਥੇ ਕੋਈ ਵੀ ਦੁਕਾਨਦਾਰ ਜੋ ਬਹਿੰਦਾ ਹੈ ਉਹ ਇਸ ਕਰਕੇ ਨਹੀਂ ਬਹਿੰਦਾ ਕਿ ਯਾਰ ਅਸੀਂ ਲੋਕਾਂ ਨੂੰ ਲੁੱਟ ਲਈਏ। ਆਮ ਬੰਦੇ ਨੂੰ ਕੀ ਪਤਾ ਹੈ? ਉਹਨੂੰ ਤਾਂ ਪਤਾ ਹੀ ਕੱਖ ਨਹੀਂ, ਸੁਣਦਾ ਜ਼ਰੂਰ ਹੈ ਪਰ ਸੱਚ ਵੇਖਦਾ ਨਹੀਂ। ਜਿੰਦੂ ਜੀ ਨੇ ਗੱਲ ਕਹੀ ਸੀ ਯਾਰ ਇਹ ਕਿੱਥੇ ਲਿਖਿਆ ਹੈ ਕਿ ਇਹ ਟੈਬਲੇਟ ਦੇ ਉੱਤੇ ਜੈਨਰਿਕ ਲਿਖਿਆ, ਇਹ ਟੈਬਲੇਟ ਦੇ ਉੱਪਰ ਐਥੀਕਲ ਲਿਖਿਆ। ਬਈ ਮੈਨੂੰ ਇੱਕ ਗੱਲ ਦਾ ਜਵਾਬ ਦਿਓ, ਤੁਸੀਂ ਇਹ ਗੱਲ ਕਹੀ ਵੀ 90% ਜਿਹੜੇ ਦੁਕਾਨਦਾਰ ਨੇ ਜਾਂ ਕੈਮਿਸਟ ਨੇ ਉਹ ਚੋਰ ਨੇ, ਮੈਨੂੰ ਗੱਲ ਦੱਸੋ ਇਹ ਵੀ ਕਿੱਥੇ ਲਿਖਿਆ ਹੈ ਕਿ ਕਿਹੜਾ ਦੁਕਾਨਦਾਰ ਚੋਰ ਹੈ ਕਿ ਕਿਹੜਾ ਇਮਾਨਦਾਰ ਹੈਗਾ? ਵੀ ਤੁਸੀਂ ਲੋਕਾਂ ਦੀ ਚੰਬ ਲਾ ਕੇ ਲੈ ਜਾਂਦੇ ਹੋ, ਕੋਈ ਰੇਡ ਮਾਰਦਾ ਇਹਨਾਂ ਤੇ? ਹੁਣ ਸਾਡੇ ਕੋਲ ਕਸਟਮਰ ਆਂਦਾ ਉਹ ਸਾਨੂੰ ਇਹੀ ਨਜ਼ਰ ਨਾਲ ਦੇਖੂਗਾ, ਸਾਡੇ ਕੋਲ ਪੇਸ਼ੈਂਟ ਆਊਗਾ ਉਹ ਵੀ ਇਹੀ ਨਜ਼ਰ ਨਾਲ ਦੇਖੂਗਾ ਯਾਰ ਇਹ ਤਾਂ ਨਹੀਂ ਉਹਨਾਂ ਚੋਂ ਹੈਗੇ। ਜੇ ਡਾਕਟਰਾਂ ਕੰਨੀ ਜਾਓ ਤੇ ਉਹ ਛਿੱਲ ਲਾਉਂਦੇ ਆ, ਮਾਸ ਲਾਉਂਦੇ ਆ, ਚੰਮ ਲਾਉਂਦੇ ਆ, ਆ ਦਵਾਈਆਂ ਕੰਨੀ ਆਓ ਆ ਚੰਮ ਲਾਈ ਜਾਂਦੇ ਆ ਯਾਰ। ਹੁਣ ਕਈ ਵਾਰ ਕੀ ਕਸਟਮਰ ਆਂਦਾ ਸਾਡੇ ਕੋਲ ਉਹ ਕਹਿੰਦਾ ਜੀ ਯਾਰ ਮੈਂ ਨਾ ਯਾਰ ਅਫੋਰਡ ਨਹੀਂ ਕਰ ਸਕਦਾ। ਹੁਣ ਦੇਖੋ ਅਸੀਂ ਕਵਾਂਗੇ ਯਾਰ ਅੱਛਾ ਕੁਆਲਿਟੀ ਵੱਲ ਜਾਣਾ ਯਾਰ ਰਿਸਰਚ ਮੋਲੀਕਿਊਲ ਲਾ ਲਾ ਬਟ ਇਟ ਇਜ਼ ਐਕਸਪੈਂਸਿਵ। ਬਟ ਹੁਣ ਇੱਕ ਕਸਟਮਰ ਕਵੇ ਯਾਰ ਮੈਂ ਯਾਰ ਮੇਰੇ ਤਾਂ ਹੈ ਨਹੀਂ ਪੈਸੇ ਯਾਰ, ਫਿਰ ਅਸੀਂ ਉਹਨੂੰ ਦੱਸ ਦਿੰਦੇ ਆ ਭਾਜੀ ਤੁਸੀਂ ਆ ਨਹੀਂ ਯਾਰ ਇਹ ਬ੍ਰਾਂਡ ਵੱਲ ਚੱਲ ਜਾਓ ਤੁਹਾਡਾ ਇਹਦੇ ਵਿੱਚ ਬੈਨੀਫਿਟ ਹੋ ਜਾਊਗਾ। ਵੀ ਜਿਹੜੀ ਪ੍ਰੋਫਿਟ ਹੁੰਦਾ ਰਾਹ ਸਿਰ ਦਾ 8 ਵਾਲੀ ਚੀਜ਼ ਆ 16 ਦੀ ਵੇਚੋ ਯਾਰ, 24 ਦੀ ਵੇਚ ਲਓ। ਇਹ ਕੀ ਗੱਲ ਵੀ 8 ਵਾਲੀ ਚੀਜ਼ 120 ਰੁਪਏ? ਮੈਂ ਉਹਨਾਂ ਨੂੰ ਮੈਂ ਕੋਈ ਮਾੜਾ ਚੀਜ਼ ਕਹਿਣਾ ਨਹੀਂ ਚਾਹੁੰਦਾ, ਬਹੁਤ ਵਧੀਆ ਕੰਮ ਕੀਤਾ ਮੇਰੇ ਖਿਆਲ ਦੇ ਨਾਲ। ਜਿਸ ਤਰ੍ਹਾਂ ਉਹਨਾਂ ਨੇ ਕੰਮ ਸ਼ੁਰੂ ਕੀਤਾ ਸੀਗਾ ਜੇ ਇਸ ਤਰ੍ਹਾਂ ਹੀ ਉਹ ਕਰਦੇ ਰਹਿੰਦੇ ਠੀਕ ਹੈ। ਹੁਣ ਮੈਂ ਅਨਮੋਲ ਜੀ ਦੀ ਐਨਜੀਓ ਚੱਲ ਰਹੀ ਆ ਆਪਾਂ ਕਿੰਨੇ ਸਾਲਾਂ ਤੋਂ ਦੇਖਦੇ ਆ ਰਹੇ ਨੇ, ਉਹਨਾਂ ਨੇ ਕਦੀ ਕਿਸੇ ਨੂੰ ਨਿੰਦਿਆ ਨਹੀਂ। ਉਹ ਕਹਿੰਦੇ ਜੀ ਤੁਸੀਂ ਆਓ ਅੱਗੇ ਹੈਲਪ ਕਰੋ। ਇਹੀ ਮੇਰੇ ਖਿਆਲ ਦੇ ਵਿੱਚ ਇਹ ਤਰੀਕਾ ਹੋਣਾ ਚਾਹੀਦਾ ਸੀ। ਤੁਸੀਂ ਬਾਕੀ ਦੁਕਾਨਦਾਰਾਂ ਨੂੰ ਕਹਿਣਾ ਸ਼ੁਰੂ ਕਰਤਾ ਜੀ ਤੁਸੀਂ ਚੋਰ ਹੈਗੇ ਹੋ, ਡਾਕਟਰ ਚੋਰ ਨੇ, ਇਹ ਕੋਈ ਤਰੀਕਾ ਨਹੀਂ ਹੋਇਆ। ਆ ਇੱਕ ਤੁਹਾਨੂੰ ਮਾਸਕ ਦਿਖਾਉਣੇ ਵਾਲਾ ਦੇਖਿਓ 95 ਰੁਪਏ 200-250 ਰੁਪਏ ਦਾ। ਇਹ ਇੱਕ ਮਾਸਕ ਜਿਹੜਾ ਆਮ ਕੋਵਿਡ-19 ਦੇ ਵਿੱਚ ਵਰਤਿਆ ਜਾਂਦਾ ਡੱਬੀ ਚ ਆਇਆ 40 ਰੁਪਏ ਰੇਟ ਲਾਇਆ ਜੀ ਇਹਦਾ 40 ਰੁਪਏ। ਉਹਨੇ N95 ਮਾਸਕ ਹੈਗਾ ਜੀ, ਇਹਦੇ ਉੱਪਰ ਲਿਖਿਆ ਹੈ ਨੋਸ਼ USA ਤੇ ਇਹ ਕੰਪਨੀ ਹੈਗੀ ਹੈ ਇਹ ਫੈਡਰੇਸ਼ਨ ਦੇ ਨਾਲ ਇੱਕ ਕੰਮ ਕਰਦੀ ਹੈ ਜਿਹਦੇ ਵੱਲੋਂ ਇੱਕ ਸਰਟੀਫਾਈਡ ਮਾਸਕ ਹੈਗਾ। ਹੁਣ ਇਦਾਂ ਹੀ ਮਾਸਕ ਆਉਂਦੇ ਨੇ ਜਿਹੜੇ ਸਰਟੀਫਾਈਡ ਨਹੀਂ ਹੁੰਦੇ, ਲੱਗਿਆ ਉਹਦੇ ਵਿੱਚ ਵੀ ਸਮਾਨ ਹੋਇਆ ਬਟ ਹੁਣ ਉਹ ਕਿੰਨੇ ਕੁ ਇਫੈਕਟਿਵ ਨੇ ਕਿੰਨੇ ਕੁ ਨਹੀਂ ਹੈ। ਮੈਂ ਨਹੀਂ ਕਹਿੰਦਾ ਕਿ ਜੋ ਮਾਸਕ ਵੇਚ ਰਹੇ ਨੇ ਉਹ ਮਾੜਾ ਹੈ ਜਾਂ ਚੰਗਾ, ਬਟ ਮੈਂ ਕਹਿਣਾ ਚਾਹੁੰਦਾ ਕਿ ਜਿਵੇਂ ਆਪਾਂ ਗੱਡੀ ਲੈਣ ਚੱਲ ਜਾਂਦੇ ਆ, ਗੱਡੀ ਮਤਲਬ ਕਹਿ ਲਓ 3 ਲੱਖ ਦੀ ਵੀ ਆਉਂਦੀ ਹੈ ਗੱਡੀ, 35 ਲੱਖ ਦੀ ਵੀ ਆਉਂਦੀ ਹੈ, ਜਿੰਨਾ ਤੁਸੀਂ ਗੁੜ ਪਾਈਏ ਉਹਨਾਂ ਮਿੰਟਾਂ ਨਿਕਲੀ ਜਾਂਦਾ। ਮੇਰੀ ਬੇਨਤੀ ਆ ਭਾਊ ਸਾਡਾ ਸਾਥ ਦਿਆ ਜੇ, ਅਸੀਂ ਇਹ ਲੜਾਈ ਲੜਨੀ ਚਾਹੁੰਦੇ ਆ। ਜੇ ਸੰਗਤ ਸਾਡਾ ਸਾਥ ਦਊ ਗੁਰੂ ਰਾਮਦਾਸ ਕਿਰਪਾ ਕਰੇ ਇਹ ਲੜਾਈ ਲੜਦੇ ਰਹਾਂਗੇ, ਲੋਕਾਂ ਨੂੰ ਜਗਾਉਂਦੇ ਰਹਾਂਗੇ। ਮੈਨੂੰ ਇਹ ਮੁੱਦਾ ਹੈਲਪ ਦਾ ਘੱਟ ਲੱਗ ਰਿਹਾ, ਇਹ ਮੁੱਦਾ ਦੂਜਿਆਂ ਨੂੰ ਬਦਨਾਮ ਕਰਨ ਦਾ ਜ਼ਿਆਦਾ ਲੱਗ ਰਿਹਾ। ਸੋਸ਼ਲ ਮੀਡੀਆ ਦੇ ਉੱਤੇ ਇੰਨੀ ਦਿਨੀ ਬਲਜਿੰਦਰ ਸਿੰਘ ਜਿੰਦੂ ਨਾਮੀ ਸ਼ਖਸ ਵੱਲੋਂ ਜੋ ਫਾਰਮਾਸਿਸਟ ਨੇ, ਜੋ ਮੈਡੀਕਲ ਹਾਲ ਵਾਲੇ ਜਾਂ ਮੈਡੀਕਲ ਸਟੋਰਾਂ ਵਾਲੇ ਮਾਲਕ ਨੇ, ਉਹਨਾਂ ਉੱਤੇ ਇਲਜ਼ਾਮ ਲਾਏ ਜਾਂਦੇ ਨੇ ਕਿ ਉਹ ਲੋਕਾਂ ਦੀ ਲੁੱਟ-ਸੁੱਟ ਕਰ ਰਹੇ ਨੇ, ਗਰੀਬ ਲੋਕਾਂ ਦੀ ਜੇਬਾਂ ਦੇ ਵਿੱਚੋਂ ਪੈਸੇ ਲੁੱਟ ਰਹੇ ਨੇ। ਹੋਰ ਵੀ ਕਈ ਤਰ੍ਹਾਂ ਦੇ ਇਲਜ਼ਾਮ ਲਾਏ ਗਏ ਨੇ, ਖਾਸ ਤੌਰ ਦੇ ਉੱਤੇ ਦਵਾਈਆਂ ਦੇ ਰੇਟਾਂ ਨੂੰ ਲੈ ਕੇ। ਇਸੇ ਮੁੱਦੇ ਦੇ ਉੱਤੇ ਅਸੀਂ ਗੱਲਬਾਤ ਕਰਾਂਗੇ। ਇੱਕ ਫਾਰਮਾਸਿਸਟ ਨੇ, ਮੈਡੀਕਲ ਜੋ ਸਟੋਰ ਨੇ ਉਹਦੇ ਮਾਲਕ ਨੇ, ਮੇਰੇ ਨਾਲ ਇਸ ਵਕਤ ਨੌਜਵਾਨ ਸੰਦੀਪ ਮੌਜੂਦ ਨੇ। ਜਾਣ ਲਾਂਗੇ ਇਹਨਾਂ ਦੇ ਉੱਤੋਂ ਕਿ ਕੀ ਜੋ ਉਹ ਇਲਜ਼ਾਮ ਲਾ ਰਹੇ ਨੇ ਕਿੰਨੇ ਸਹੀ ਨੇ ਜਾਂ ਕਿੰਨੇ ਕੋ ਗਲਤ ਨੇ। ਸੰਦੀਪ ਬਹੁਤ ਬਹੁਤ ਸਵਾਗਤ ਹੈ ਬਾਬੂਸ਼ਾਹੀ ਟਾਈਮਸ ਦੇ ਵਿੱਚ ਤੁਹਾਡਾ। ਪਹਿਲਾਂ ਜੀ ਮੈਂ ਸਾਰਿਆਂ ਨੂੰ ਨਮਸਕਾਰ ਕਹਿਣਾ ਚਾਹੁੰਦਾ ਤੇ ਬਹੁਤ ਔਖਾ ਟਾਈਮ ਚੱਲ ਰਿਹਾ ਕੋਵਿਡ ਦਾ ਤੇ ਮੈਂ ਸਾਰਿਆਂ ਨੂੰ ਇਹੀ ਚਾਹੁੰਦਾ, ਦੁਆ ਕਰਦਾ ਕਿ ਸਾਰੇ ਤੰਦਰੁਸਤ ਰਹਿਣ ਤੇ ਸਾਰੇ ਸੇਫ ਰਹਿਣ। ਤੇ ਸੈਕੰਡਲੀ ਜਿਹੜੀ ਇਹ ਸਾਰਾ ਮੁੱਦਾ ਚੱਲ ਰਿਹਾ, ਪਹਿਲੀ ਗੱਲ ਤਾਂ ਜੀ ਜਿੰਦੂ ਜੀ ਨੇ ਜੋ ਤੇ ਬਹੁਤ ਅੱਛੀ ਉਹਨਾਂ ਨੇ ਇੱਕ ਮੁਹਿੰਮ ਸ਼ੁਰੂ ਕੀਤੀ ਹੈ, ਜੋ ਵੀ ਬਹੁਤ ਅੱਛਾ ਇੱਕ ਕੰਮ ਕੀਤਾ ਕਿ ਕਿਸੇ ਦੀ ਮਦਦ ਕਰਨਾ। ਮੈਂ ਕਿਸੇ ਧਰਮ ਨੂੰ ਲੈ ਕੇ ਨਹੀਂ ਕਹਾਂਗਾ ਬਟ ਇਨਸਾਨੀਅਤ ਦੇ ਨਾਤੇ ਪਹਿਲਾਂ ਆਪਾਂ ਇਨਸਾਨ ਹੁੰਦੇ ਆ। ਕੋਈ ਇਨਸਾਨ ਕਿਸੇ ਵੀ ਇਨਸਾਨ ਦੀ ਕਿਸੇ ਵੀ ਤਰ੍ਹਾਂ ਦੀ ਮਦਦ ਕਰਦਾ, ਉਹ ਚਾਹੇ ਮੈਡੀਸਨ ਤੋਂ ਲੈ ਕੇ ਕੁਝ ਖਾਣੇ ਤੋਂ ਲੈ ਕੇ ਕਿਸੇ ਵੀ ਤਰ੍ਹਾਂ ਦੀ, ਉਹ ਇੱਕ ਹਮੇਸ਼ਾ ਇੱਕ ਅੱਛਾ ਕੰਮ ਹੈਗਾ। ਤੇ ਔਰ ਮੇਰੇ ਖਿਆਲ ਦੇ ਨਾਲ ਕੋਈ ਵੀ ਇਨਸਾਨ ਇਸ ਗੱਲ ਨੂੰ ਕ੍ਰਿਟਿਸਾਈਜ਼ ਨਹੀਂ ਕਰ ਸਕਦਾ ਵੀ ਇਹ ਇਨਸਾਨ ਕਿਉਂ ਕਿਸੇ ਦੀ ਮਦਦ ਕਰ ਰਿਹਾ। ਦੂਜੀ ਗੱਲ, ਕਈ ਤੁਸੀਂ NGOs ਵੀ ਦੇਖਿਆ ਨੇ ਮਦਦ ਕਰਦੀਆਂ ਨੇ, ਬਟ ਜੋ ਮੈਨੂੰ ਇੱਕ ਗੱਲ ਇਹਨਾਂ ਦੀ ਜੋ ਮੈਂ ਕਹਿੰਦਾ ਠੀਕ ਨਹੀਂ ਲੱਗੀ ਵੀ ਜਦੋਂ ਤੁਸੀਂ ਹੈਲਪ ਕਰਨੀ ਸ਼ੁਰੂ ਕੀਤੀ ਜਾਂ ਲੋਕਾਂ ਦਾ ਫਾਇਦਾ ਕਰਨਾ ਸ਼ੁਰੂ ਕੀਤਾ, ਤੁਸੀਂ ਸਟਾਰਟਿੰਗ ਦੇ ਵਿੱਚ ਇਹ ਗੱਲ ਕਹਿਣੀ ਚਾਹੀਦੀ ਯਾਰ ਉਹ ਬੰਦਾ ਚੋਰ ਆ, ਮੈਂ ਆ ਕਰ ਰਿਹਾ, ਠੀਕ ਹੈ, ਉਹ ਫਲਾਣਾ ਹੈਗਾ। ਚਲੋ ਹੁਣ ਆਪਾਂ ਇੱਕ ਰਿਐਲਿਟੀ ਵਾਲਾ ਆ ਜਾਈਏ।
ਰਿਐਲਿਟੀ ਵੱਲ ਆ ਜਾਈਏ, ਜਿਹੜੀ ਮੈਡੀਸਿਨਸ ਦੀ ਉਹਨਾਂ ਨੇ ਗੱਲ ਕੀਤੀ, ਮੈਂ ਉਹਨਾਂ ਤੇ ਆਉਣਾ ਕਿ ਉਹਨਾਂ ਦਾ ਪ੍ਰਾਈਸ ਇਹ ਹੈ ਜੀ, MRP ਇਹ ਨੇ। ਪਹਿਲੀ ਗੱਲ ਤਾਂ ਥੋੜ੍ਹਾ ਜਿਹਾ ਆਪਾਂ ਨੂੰ ਜਾਣਨ ਦੀ ਲੋੜ ਨੇ ਕਿ ਆਲਰੇਡੀ ਉਹ ਮੈਡੀਸਿਨਸ ਆਮ ਦੁਕਾਨਾਂ 'ਤੇ ਕਿੰਨੇ ਦੀ ਵਿਕ ਰਹੀਆਂ ਸੀਗੀਆਂ, ਔਰ ਜੋ ਗੱਲ ਕਹੀ ਗਈ ਹੈ ਕਿ ਇੰਨਾ MRP ਹੈ ਜੀ, ਇੰਨੇ ਦੀ ਆਉਂਦੀ ਹੈ ਤੇ ਇੰਨੇ ਦੀ ਵਿਕਦੀ ਆ, ਉਹ ਰਿਐਲਿਟੀ ਨਹੀਂ ਹੈ। ਜਦ ਕਿ ਉਹ ਆਲਰੇਡੀ 10 ਜਾਂ 5% ਮਾਰਜਨ ਤੇ ਮੈਕਸਿਮਮ 15% ਮਾਰਜਨ ਤੇ ਅੱਗੇ ਕਸਟਮਰ ਨੂੰ ਮਿਲ ਜਾਂਦੀ ਹੈ ਕੋਈ ਵੀ ਮੈਡੀਸਨ ਹੈ। ਔਰ ਦੂਸਰੀ ਗੱਲ, ਇੱਕ ਹੁਣ ਗੱਲ ਬਹੁਤ ਜ਼ਿਆਦਾ ਇੱਕ ਟੌਪਿਕ ਸ਼ੁਰੂ ਹੋਇਆ ਸੀ ਜੈਨਰਿਕ ਦਵਾਈ ਤੇ ਐਥੀਕਲ ਦਵਾਈ ਦਾ, ਤੇ ਮੈਂ ਇੱਕ ਨਾ ਉਦਾਹਰਨ ਦੇ ਤੌਰ ਤੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ। ਇੱਕ ਆਪਾਂ ਆਮ ਚੱਕੀ ਤੋਂ ਜਦੋਂ ਆਟਾ ਲੈਂਦੇ ਆ, ਔਰ ਆਮ ਮੇਰੇ ਖਿਆਲ ਦੇ ਵਿੱਚ ਸ਼ਾਇਦ 22 ਰੁਪਏ ਕਿਲੋ ਮਿਲਦਾ, ਇਹੀ ਮੇਰੇ ਖਿਆਲ 'ਚ ਜੇ ਆਪਾਂ ਆਸ਼ੀਰਵਾਦ ਆਟਾ, ਇੱਕ ਬ੍ਰਾਂਡ ਹੈਗਾ ਨੈਸ਼ਨਲ ਲੈਵਲ ਤੇ ਵਿਕਦਾ, ਉਹ ਮੇਰੇ ਖਿਆਲ ਦੇ ਵਿੱਚ ਅਰਾਊਂਡ ਮੇਰੇ ਖਿਆਲ ਸ਼ਾਇਦ 35 ਰੁਪਏ ਜਾਂ 350 ਰੁਪਏ ਦੀ ਥੈਲੀ ਮਿਲਦੀ ਆ। ਹੁਣ ਉਹ ਫਰਕ ਕਿੱਥੇ ਆਉਂਦਾ? ਇੱਕ ਬ੍ਰਾਂਡ ਹੈਗਾ, ਇੱਕ ਲੋਕਲ ਚੱਕੀ ਤੋਂ ਮਿਲਦਾ। ਹੁਣ ਇਹ ਫਰਕ ਆ ਜਾਂਦਾ ਕੁਆਲਿਟੀ ਦੇ ਉੱਤੇ। ਹੁਣ ਆਪਾਂ ਕਹਿੰਦੇ ਦਵਾਈ ਦੀ ਆਪਾਂ ਇਹ ਗੱਲ ਤਾਂ ਜ਼ਰੂਰ ਕਰਤੀ ਜੀ, ਦੇਖੋ ਜੀ ਉਹ ਸਾਲਟ ਸੇਮ ਹੈ। ਹੁਣ ਮੈਂ ਇਫੈਕਟਿਵਨੈਸ ਦੀ ਗੱਲ ਕਰਦਾ ਹੈਗਾ। ਤੁਸੀਂ ਕੋਈ ਵੀ ਇਨਸਾਨ, ਮੈਂ ਕਹਿੰਦਾ ਚਾਹੇ ਜਿੰਦੂ ਜੀ ਨੇ, ਚਾਹੇ ਕੋਈ ਆਮ ਪਬਲਿਕ ਦੇ ਵਿੱਚੋਂ ਕੋਈ ਵੀ ਬੰਦਾ ਹੈ, ਚਾਹੇ ਮੀਡੀਆ ਦੇ ਵਿੱਚੋਂ, ਤੁਸੀਂ ਕੋਈ ਵੀ ਜਿਹੜਾ ਤੁਸੀਂ ਇੱਕ ਅੱਛਾ ਡਾਕਟਰ ਸਮਝਦੇ ਹੋ ਕਿ ਜੋ ਡਾਕਟਰ ਇਮਾਨਦਾਰ ਹੈਗਾ ਜਾਂ ਕੋਈ ਵੀ ਹੈ, ਤੁਸੀਂ ਉਹਦੇ ਕੋਲ ਜਾਓ, ਉਹਨਾਂ ਨੂੰ ਇੱਕ ਪੁੱਛ ਕੇ ਦੇਖੋ। ਇੱਕ ਪੇਸ਼ੈਂਟ ਦੀ ਸਰਜਰੀ ਹੋਈ ਹੈ, ਲੈਟਸ ਸਪੋਜ਼ ਉਹਨੂੰ ਹਸਪੀਟਲ ਡਿਸਚਾਰਜ ਕੀਤਾ ਗਿਆ, ਉਹਦੀ ਸਭ ਤੋਂ ਪਹਿਲਾਂ ਮੈਡੀਸਿਨ ਚੱਲਦੀ ਹੈ, ਐਂਟੀਬਾਇਓਟਿਕ ਚੱਲਦੇ ਨੇ, ਠੀਕ ਹੈ। ਉਹ ਐਂਟੀਬਾਇਓਟਿਕ ਦਾ ਕੰਮ ਹੁੰਦਾ ਇਨਫੈਕਸ਼ਨ ਨੂੰ ਦੂਰ ਕਰਨਾ। ਹੁਣ ਉਹੀ ਐਂਟੀਬਾਇਓਟਿਕ ਇੱਕ ਜੈਨਰਿਕ ਦੇ ਵਿੱਚ ਵੀ ਆਉਂਦਾ, ਇੱਕ ਐਥੀਕਲ ਦੇ ਵਿੱਚ ਆਉਂਦਾ। ਤੁਸੀਂ ਕਿਸੇ ਵੀ ਡਾਕਟਰ ਦੀ ਤੁਸੀਂ ਇੰਟਰਵਿਊ ਲੈ ਕੇ ਦੇਖ ਲਓ ਜਾਂ ਪੁੱਛ ਕੇ ਦੇਖ ਲਓ, ਉਹ ਮੈਡੀਸਿਨਸ ਦੇ ਵਿੱਚ ਉਹਦੀ ਇਫੈਕਟਿਵਨੈਸ ਦਾ ਜ਼ਮੀਨ ਆਸਮਾਨ ਦਾ ਫਰਕ ਹੁੰਦਾ। ਜੈਨਰਿਕ ਤੁਸੀਂ ਖਾ ਲਓ 20 ਦਿਨ ਤੇ ਤੁਸੀਂ ਐਥੀਕਲ ਦੀ ਇੱਕ ਬ੍ਰਾਂਡਡ ਮੈਡੀਸਿਨ ਖਾ ਲਓ, ਤੁਸੀਂ ਹਾਰਡਲੀ 5 ਦਿਨ, ਕਿਤੇ 5 ਦਿਨ ਤਾਂ ਮਰੀਜ਼ ਨੇ ਠੀਕ ਹੋਣਾ, ਕਿਤੇ 20 ਦਿਨ। ਔਰ ਇਹੀ ਗੱਲ ਹੁਣ ਮੈਡੀਸਿਨਸ ਦੀ ਗੱਲ ਆਉਂਦੀ ਹੈ ਕਿ ਰੇਟ ਦਾ ਯਾਰ ਐਥੀਕਲ ਦੇ ਵਿੱਚ ਤੇ ਜੈਨਰਿਕ ਦੇ ਵਿੱਚ ਫਰਕ ਕੀ ਆ। ਹੁਣ ਇੱਕ ਉਹਦੇ ਵਿੱਚ ਇੱਕ ਉਹਨਾਂ ਨੇ ਗੱਲ ਕੀਤੀ ਸੀ ਰਿਸਰਚ ਮੋਲੀਕਿਊਲ ਦੀ, ਜੋ ਇੱਕ ਕੰਪਨੀ ਰਿਸਰਚ, ਜਦੋਂ ਇੱਕ ਕੰਪਨੀ ਕੋਈ ਵੀ ਇੱਕ ਮੋਲੀਕਿਊਲ ਦੀ ਰਿਸਰਚ ਕਰਦੀ ਹੈ, ਉਹਦਾ ਕਰੋੜਾਂ ਰੁਪਏ ਨਹੀਂ ਅਰਬਾਂ ਰੁਪਇਆ ਲੱਗ ਜਾਂਦਾ ਰਿਸਰਚ ਕਰਨ ਦੇ ਉੱਤੇ। ਔਰ ਉਹ ਕੰਪਨੀ ਲਾਈਫ ਲੌਂਗ ਕਦੀ ਵੀ ਆਪਣੀ ਕੁਆਲਿਟੀ ਦੇ ਨਾਲ ਕੰਪਰੋਮਾਈਜ਼ ਨਹੀਂ ਕਰਦੀ। ਹੁਣ ਉਹਨਾਂ ਨੇ ਇੱਕ ਓਮਨੀਜੈਲ ਦੀ ਗੱਲ ਕੀਤੀ, ਇੱਕ ਵੋਲਨੀਜੈਲ ਦੀ ਗੱਲ ਕੀਤੀ। ਹੁਣ ਮੈਂ ਤੁਹਾਨੂੰ ਇਹਦਾ ਵੀ ਫਰਕ ਦੱਸ ਦੇਵਾਂ, ਜਦੋਂ ਵੀ ਕੋਈ ਦਵਾਈ ਬਣਦੀ ਹੈ, ਚਾਹੇ ਟੈਬਲੇਟ, ਚਾਹੇ ਕੈਪਸੂਲ, ਚਾਹੇ ਜੈਲ, ਹੁਣ ਉਹਦਾ ਸਭ ਤੋਂ ਪਹਿਲਾਂ ਕੋਈ ਵੀ ਮੈਨੂਫੈਕਚਰਰ ਹੁੰਦਾ ਹੈ, ਉਹ ਰॉ ਮਟੀਰੀਅਲ ਖਰੀਦਦਾ। ਹੁਣ ਗੱਲ ਹੁੰਦੀ ਹੈ ਜਦੋਂ ਰॉ ਮਟੀਰੀਅਲ ਖਰੀਦਦਾ, ਉਹਨਾਂ ਕਿਲੋਆਂ 'ਚ ਖਰੀਦਣਾ ਪੈਂਦਾ। ਜਿਵੇਂ ਟੈਬਲੇਟ ਦਾ, ਜਿਵੇਂ ਆਪਾਂ ਇੱਕ ਪਾਊਡਰ ਦੇ ਥਰੂ ਹੀ ਟੈਬਲੇਟ ਬਣਦੀ ਹੈ ਨਾ, ਹੁਣ ਉਹ ਕਿਲੋਆਂ ਦੇ ਵਿੱਚ ਮਿਲਦਾ। ਹੁਣ ਰॉ ਮਟੀਰੀਅਲ ਵੇਚਣ ਵਾਲੀ ਕੰਪਨੀਆਂ ਚਾਈਨਾ ਤੋਂ ਵੀ ਨੇ, ਰॉ ਮਟੀਰੀਅਲ ਵੇਚਣ ਵਾਲੀ ਕੰਪਨੀਆਂ ਕੋਰੀਆ ਤੋਂ ਵੀ ਨੇ। ਹੁਣ ਤੁਸੀਂ ਇਹ ਵੀ ਦੇਖੋ, ਹੁਣ ਕੰਪਨੀਆਂ ਅਮਰੀਕਾ ਦੀ ਵੀ ਨਹੀਂ ਹੈ, ਕੈਨੇਡਾ ਦੀ ਵੀ ਨਹੀਂ ਹੈ, ਤੇ ਯੂਰਪ ਦੀਆਂ ਵੀ ਨੇ। ਹੁਣ ਤੁਸੀਂ ਕਈ ਵਾਰ ਬੱਚਿਆਂ ਦੇ ਨਾ ਬਾਰਡਰ ਦੇਖੇ ਹੋਗੇ, ਉਹਦੇ ਦੀ ਮੈਨੂਫੈਕਚਰਿੰਗ ਸਵਿਟਜ਼ਰਲੈਂਡ ਦੀ ਬਣੀ ਹੁੰਦੀ ਆ। ਕੁਝ ਮੈਨੂਫੈਕਚਰਿੰਗ ਇਦਾਂ ਦੀ ਵੀ ਹੈ ਜਿਹੜੀ ਬੱਦੀ 'ਚ ਵੀ ਬਣਦੀਆਂ ਨੇ, ਬਟ ਉਹਨਾਂ ਦਾ ਕੁਆਲਿਟੀ ਦਾ ਜ਼ਮੀਨ ਆਸਮਾਨ ਦਾ ਫਰਕ ਹੈਗਾ। ਹੁਣ ਇੱਕ ਡਾਕਟਰ ਜਦੋਂ ਮੈਡੀਸਿਨ ਪ੍ਰਸਕ੍ਰਾਈਬ ਕਰਦਾ, ਉਹਨੂੰ ਆਪਣੀ ਰੈਪੂਟੇਸ਼ਨ ਦਾ ਹਮੇਸ਼ਾ ਇਸ ਗੱਲ ਦਾ ਖਿਆਲ ਹੁੰਦਾ ਕਿ ਮੈਂ ਉਹ ਲਿਖਾਂ ਕਿ ਜਿਹੜੀ ਪੇਸ਼ੈਂਟ ਨੂੰ ਇਫੈਕਟ ਕਰੇ। ਕੱਲ ਨੂੰ ਪੇਸ਼ੈਂਟ ਨੂੰ ਫਰਕ ਨਹੀਂ ਪਿਆ, ਡਾਕਟਰ ਦੀ ਰੈਪੂਟੇਸ਼ਨ ਤੇ ਗੱਲ ਆਉਂਦੀ ਹੈ, ਯਾਰ ਅਸੀਂ ਗਏ ਸੀਗੇ, ਯਾਰ ਸਾਨੂੰ ਤਾਂ ਅਸਰ ਹੀ ਨਹੀਂ ਕੀਤੀ ਦਵਾਈ। ਤੇ ਡਾਕਟਰ ਕੀ ਕਰਦਾ ਹੈ, ਡਾਕਟਰ ਦੀ ਕੋਸ਼ਿਸ਼ ਹੁੰਦੀ ਹੈ ਕਿ ਇੱਕ ਪੇਸ਼ੈਂਟ ਨੂੰ ਇੱਕ ਅੱਛਾ ਬ੍ਰਾਂਡ ਲਿਖਿਆ ਜਾਵੇ, ਠੀਕ ਹੈ। ਹੁਣ ਜਿਹੜਾ ਅੱਛਾ ਬ੍ਰਾਂਡ ਹੁੰਦਾ, ਉਹਨਾਂ ਦਾ ਜਿਹੜਾ ਕੁਆਲਿਟੀ ਚੈੱਕ ਹੁੰਦਾ, ਜਿਹੜੇ ਉਹਨਾਂ ਦੇ, ਹੁਣ ਦੇਖੋ ਇੱਕ ਤੁਸੀਂ ਕੋਈ ਵੀ ਕੰਪਨੀ ਆਪਾਂ ਲਾ ਲਈਏ, ਮੈਂ ਮੈਡੀਸਨ ਦੀ ਲਾ ਲਾ, ਐਨੀ ਕੰਪਨੀ, ਕੱਪੜੇ ਦੀ ਕੰਪਨੀ ਤੋਂ ਲੈ ਕੇ ਮੈਂ ਕੋਈ ਵੀ ਕੰਪਨੀ ਲਾ ਲਾ, ਕੋਈ ਬ੍ਰਾਂਡ ਹੈਗਾ, ਉਹਨਾਂ ਦਾ ਜਦੋਂ ਕੋਈ ਰਿਕਰੂਟਮੈਂਟ ਕਰਦੇ ਨੇ, ਉਹਨਾਂ ਦਾ ਇੱਕ ਕ੍ਰਾਈਟੇਰੀਆ ਹੁੰਦਾ ਰਿਕਰੂਟ ਕਰਨ ਦਾ, ਠੀਕ ਹੈ। ਹੁਣ ਇਹੀ ਮੈਂ ਕਹਿ ਲਾਂ ਜਿਹੜੀ ਐਥੀਕਲ ਤੇ ਜੈਨਰਿਕ ਦੇ ਵਿੱਚ, ਉਹਨਾਂ ਨੇ ਜਿਹੜੇ ਡਾਕਟਰਸ ਜਾਂ ਉਹਨਾਂ ਦਾ ਕੁਆਲਿਟੀ ਚੈੱਕ ਇੰਨਾ ਕੁ ਸਟਰੋਂਗ ਹੁੰਦਾ ਹੈ, ਬਿਕੋਜ਼ ਉਹ ਇੰਨੇ ਕੁ ਵੱਡੇ ਲੈਵਲ ਦੀ ਕੰਪਨੀਆਂ ਹੁੰਦੀਆਂ ਨੇ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗਲਤ ਚੀਜ਼ ਮਾਰਕੀਟ 'ਚ ਡਿਸਪੈਂਸ ਨਾ ਹੋ ਜੇ, ਮਾਰਕੀਟ ਦੇ ਵਿੱਚ ਆ ਨਾ ਜਾਵੇ, ਕਿ ਉਹਨਾਂ ਦਾ ਬੈਚ ਹੈ ਉਹਦੀ ਇਫੈਕਟਿਵਨੈਸ ਘੱਟ ਨਾ ਹੋਵੇ। ਹੁਣ ਮੈਂ ਤੁਹਾਨੂੰ ਗੱਲ ਕੀਤੀ ਕਿ ਰॉ ਮਟੀਰੀਅਲ ਖਰੀਦਣ ਦੀ, ਜਦੋਂ ਤੁਸੀਂ ਮੋਸਟਲੀ ਦੇਖ ਲਓ, ਜਦੋਂ ਆਪਾਂ ਚਾਈਨਾ ਤੋਂ ਰॉ ਮਟੀਰੀਅਲ ਖਰੀਦਦੇ ਹਾਂ, ਉਹ ਆਪਾਂ ਨੂੰ ਚੀਪਰ ਕਾਸਟ ਤੇ ਮਿਲਦਾ। ਹੁਣ ਜਿਹੜੀ ਕੰਪਨੀਜ਼ ਅੱਛੀ ਬ੍ਰਾਂਡਡ ਨੇ, ਉਹ ਆਪਣਾ ਰॉ ਮਟੀਰੀਅਲ ਹਮੇਸ਼ਾ ਇਹੋ ਜਿਹੀ ਕੰਪਨੀ ਤੋਂ ਲੈਂਦੀ ਨੇ ਜਿਹਦੀ ਇਫੈਕਟਿਵਨੈਸ ਦੇ ਵਿੱਚ ਕੋਈ ਫਰਕ ਨਾ ਆਵੇ। ਲੈਟਸ ਸਪੋਜ਼ ਆਪਾਂ ਇੱਕ ਵੋਲਨੀ ਜੈਲ ਤੇ ਓਮਨੀ ਜੈਲ ਦਾ ਕੰਪੈਰੀਜ਼ਨ ਕੀਤਾ, ਤੁਸੀਂ ਕੋਈ ਵੀ ਆਮ ਬੰਦਾ ਯੂਜ਼ ਕਰਕੇ ਦੇਖ ਲਿਓ, ਦੋਨਾਂ ਦਾ ਇਫੈਕਟਿਵਨੈਸ ਦਾ ਫਰਕ ਹੈਗਾ, ਠੀਕ ਹੈ। ਹੁਣ ਮੈਂ ਕਹਾਂ ਕਿ 1991 ਦਾ ਫਰਕ ਹੈ, ਮੈਂ 1991 ਦਾ ਨਹੀਂ ਕਹਿੰਦਾ, ਬਟ ਫਰਕ ਹੈਗਾ। ਦੇਖੋ ਅਸੀਂ ਵੀ ਕੰਮ ਕਰਦੇ ਨੇ, ਠੀਕ ਹੈ, ਤੁਹਾਡੀ ਲੰਬੀ ਡਿਊਟੀ ਹੈ, ਸਭ ਮਿਹਨਤ ਕਰਦੇ ਨੇ, ਔਰ ਇੱਥੇ ਕੋਈ ਵੀ ਦੁਕਾਨਦਾਰ ਜੋ ਬਹਿੰਦਾ, ਉਹ ਇਸ ਕਰਕੇ ਨਹੀਂ ਬਹਿੰਦਾ ਕਿ ਯਾਰ ਅਸੀਂ ਲੋਕਾਂ ਨੂੰ ਲੁੱਟ ਲਈਏ।
ਉਹਨਾਂ ਨੇ ਇੱਕ ਜਿੰਦੂ ਜੀ ਨੇ ਗੱਲ ਕਹੀ ਸੀ ਯਾਰ ਇਹ ਕਿੱਥੇ ਲਿਖਿਆ ਹੈ ਕਿ ਇਹ ਟੈਬਲੇਟ ਦੇ ਉੱਤੇ ਜੈਨਰਿਕ ਲਿਖਿਆ, ਇਹ ਟੈਬਲੇਟ ਦੇ ਉੱਪਰ ਐਥੀਕਲ ਲਿਖਿਆ। ਬਈ ਮੈਨੂੰ ਇੱਕ ਗੱਲ ਦਾ ਜਵਾਬ ਦਿਓ, ਤੁਸੀਂ ਇਹ ਗੱਲ ਕਹੀ ਵੀ 90% ਜਿਹੜੇ ਦੁਕਾਨਦਾਰ ਨੇ ਜਾਂ ਕੈਮਿਸਟ ਨੇ ਉਹ ਚੋਰ ਨੇ, ਮੈਨੂੰ ਗੱਲ ਦੱਸੋ ਇਹ ਵੀ ਕਿੱਥੇ ਲਿਖਿਆ ਹੈ ਕਿ ਕਿਹੜਾ ਦੁਕਾਨਦਾਰ ਚੋਰ ਹੈ ਕਿ ਕਿਹੜਾ ਇਮਾਨਦਾਰ ਹੈਗਾ, ਕਿਹੜਾ ਕਰਪਟ ਹੈ ਜਾਂ ਨਹੀਂ ਹੈਗਾ। ਵੀ ਮੈਨੂੰ ਗੱਲ ਦਾ ਜਵਾਬ ਦਿਓ। ਹੁਣ ਸਾਡੇ ਕੋਲ ਕਸਟਮਰ ਆਂਦਾ ਉਹ ਸਾਨੂੰ ਵੀ ਇਹੀ ਨਜ਼ਰ ਨਾਲ ਦੇਖੂਗਾ, ਸਾਡੇ ਕੋਲ ਪੇਸ਼ੈਂਟ ਆਊਗਾ ਉਹ ਵੀ ਇਹੀ ਨਜ਼ਰ ਨਾਲ ਦੇਖੂਗਾ ਯਾਰ ਇਹ ਤਾਂ ਨਹੀਂ ਉਹਨਾਂ ਚੋਂ ਹੈਗੇ, ਸਾਡੇ ਕਿਹੜਾ ਲਿਖਿਆ। ਤੁਸੀਂ ਤਾਂ ਸਾਰੇ ਸਾਰੇ ਜਿਹੜੇ ਦੁਕਾਨਦਾਰ ਹੈ ਇੱਕ ਪਾਸੇ ਤੋਲਤੇ ਨਾ, ਠੀਕ ਹੈ। ਇਹੀ ਸੇਮ ਡਾਕਟਰਸ ਦੇ ਵਿੱਚ, ਠੀਕ ਹੈ। ਚਲੋ ਆਪਾਂ ਕਹਿ ਲਈਏ ਡਾਕਟਰ ਮਾੜੇ ਵੀ ਹੁੰਦੇ ਨੇ, ਡਾਕਟਰ ਚੰਗੇ ਵੀ ਹੁੰਦੇ ਨੇ, ਬਟ ਜਿੱਦਾਂ ਦਾ ਪ੍ਰਚਾਰ ਕੀਤਾ ਗਿਆ, ਠੀਕ ਹੈ, ਉਹ ਮੇਰੇ ਖਿਆਲ ਨਾਲ ਇਟ ਇਜ਼ ਨਾਟ ਅ ਵੈਰੀ, ਮਤਲਬ ਉਹਨੂੰ ਕਹਿ ਲਈਏ ਇੱਕ ਸਹੀ ਤਰੀਕਾ ਨਹੀਂ ਹੈਗਾ ਪ੍ਰਚਾਰ ਕਰਨ ਦਾ। ਦੇਖੋ ਪ੍ਰਾਈਮ ਮਿਨਿਸਟਰ ਦੇ ਜਿਹੜੀਆਂ ਜਨ ਔਸ਼ਧੀਆਂ ਜਿਹੜੀਆਂ ਆਪਾਂ ਆਲਰੇਡੀ ਮੈਡੀਕਲ ਸਟੋਰ ਚੱਲ ਰਹੇ ਨੇ ਉਹਨਾਂ ਤੇ ਇਹ ਮੈਡੀਸਿਨਸ ਆਲਰੇਡੀ ਚੀਪਰ ਪ੍ਰਾਈਸ ਤੇ ਮਿਲ ਰਹੀਆਂ ਨੇ, ਜੋ ਕਹਿ ਰਹੇ ਨੇ ਮੈਂ ਕਾਸਟ ਟੂ ਕਾਸਟ ਚੱਲ ਰਿਹਾ, ਬਟ ਉਹਨਾਂ ਨੇ ਇਹ ਪ੍ਰਚਾਰ ਨਹੀਂ ਕੀਤਾ ਸੀ ਯਾਰ ਬਾਕੀ ਦੁਕਾਨਦਾਰ ਚੋਰ ਨੇ। ਰਾਜਸਥਾਨ ਦੇ ਵਿੱਚ ਬਹੁਤ ਸਾਲ ਪਹਿਲਾਂ ਤੋਂ ਹੀ ਆਲਰੇਡੀ ਜੈਨਰਿਕ ਦੀ ਕਈ ਦੁਕਾਨਾਂ ਉਹਨਾਂ ਨੇ ਖੋਲੀਆਂ ਹੋਈਆਂ ਨੇ ਔਰ ਉੱਥੇ ਮਿਲਦੀਆਂ ਨੇ। ਹੁਣ ਮੈਂ ਇੱਥੇ ਆ ਜਾ, ਜਦੋਂ ਸਾਡੇ ਕੋਲ ਕੋਈ ਪੇਸ਼ੈਂਟ ਆਂਦਾ, ਇਫ ਕਸਟਮਰ ਇਜ਼ ਆਸਕਿੰਗ ਫॉर ਅ ਚੀਪਰ ਕਿ ਸਾਨੂੰ ਯਾਰ ਕੋਈ ਸਸਤਾ, ਔਰ ਅਸੀਂ ਖੁਦ ਕਈ ਵਾਰ ਆਪ ਦੱਸਦੇ ਹਾਂ, ਠੀਕ ਹੈ, ਕਿ ਸਰ ਤੁਸੀਂ ਨਾ ਆਹ ਵਾਲਾ ਨਾ ਲਓ, ਤੁਸੀਂ ਆਹ ਵਾਲਾ ਲਓ, ਇਹਦੇ ਵਿੱਚ ਨਾ ਤੁਹਾਡੇ। ਹੁਣ ਕਈ ਵਾਰ ਕੀ ਕਸਟਮਰ ਆਂਦਾ ਸਾਡੇ ਕੋਲ, ਉਹ ਕਹਿੰਦਾ ਜੀ ਯਾਰ ਮੈਂ ਨਾ ਯਾਰ ਅਫੋਰਡ ਨਹੀਂ ਕਰ ਸਕਦਾ। ਹੁਣ ਦੇਖੋ ਅਸੀਂ ਕਵਾਂਗੇ ਯਾਰ ਅੱਛਾ ਕੁਆਲਿਟੀ ਵੱਲ ਜਾਣਾ ਯਾਰ ਰਿਸਰਚ ਮੋਲੀਕਿਊਲ ਲਾ ਲਾ, ਬਟ ਇਟ ਇਜ਼ ਐਕਸਪੈਂਸਿਵ। ਬਟ ਹੁਣ ਇੱਕ ਕਸਟਮਰ ਕਵੇ ਯਾਰ ਮੇਰੇ ਤਾਂ ਹੈ ਨਹੀਂ ਪੈਸੇ ਯਾਰ, ਫਿਰ ਅਸੀਂ ਉਹਨੂੰ ਦੱਸ ਦਿੰਦੇ ਹਾਂ ਭਾਜੀ ਤੁਸੀਂ ਆ ਨਹੀਂ ਯਾਰ ਇਹ ਬ੍ਰਾਂਡ ਵੱਲ ਚੱਲ ਜਾਓ, ਤੁਹਾਡਾ ਇਹਦੇ ਵਿੱਚ ਬੈਨੀਫਿਟ ਹੋ ਜਾਊਗਾ। ਹੁਣ ਉਹਨਾਂ ਨੇ ਇੱਕ ਗੱਲ ਕਹੀ ਯਾਰ ਇੱਕ MRP ਯਾਰ ਇੰਨਾ ਜ਼ਿਆਦਾ ਕਿਉਂ ਹੈ ਜੀ, MRP ਕੰਟਰੋਲ ਹੋਣਾ ਚਾਹੀਦਾ। ਮੈਂ ਅਨਮੋਲ ਜੀ ਦੀ ਵੀਡੀਓ ਦੇਖੀ, ਉਹਨਾਂ ਨੇ ਇੱਕ ਗੱਲ ਕਹੀ ਯਾਰ ਇਹ ਪੱਤੇ ਦੇ MRP 4400 ਹੈ। ਹੁਣ ਮੈਂ ਇੱਕ ਗੱਲ ਇਹ ਵੀ ਕਹਿਣਾ ਚਾਹੁੰਦਾ ਸਰ, ਉਹਦੇ ਵਿੱਚ ਕੋਈ ਵੀ ਕੈਮਿਸਟ ਦਾ ਦੋਸ਼ ਨਹੀਂ ਹੈਗਾ ਕਿ ਇਹ MRP ਕਿਉਂ ਹੈ। ਇਹ ਗਵਰਨਮੈਂਟ ਦੀ ਰੈਗੂਲੇਟਰੀ ਹੈ ਜਿਹੜੀ ਕਿ ਉਹਦੀ MRP ਡਿਸਾਈਡ ਕਰਦੀ ਹੈ, ਠੀਕ ਹੈ। ਹੁਣ ਇਹਦੇ ਵਿੱਚ ਹੁਣ ਅਸੀਂ ਜਦੋਂ ਚੀਜ਼ ਖਰੀਦਦੇ ਹਾਂ, ਹੁਣ ਅਸੀਂ ਤਾਂ ਨਹੀਂ ਉਹਨੂੰ ਜਾ ਕੇ ਕਹਿੰਦੇ ਯਾਰ ਇਹਦੇ ਤੇ MRP ਲਗਾ ਦੇ, ਇਹ ਤਾਂ ਜੋ ਕੰਪਨੀਜ਼ ਦੇ ਜੋ ਗਵਰਨਮੈਂਟ ਦੇ ਰੈਗੂਲੇਸ਼ਨਸ ਨੇ ਉਹਨਾਂ ਦੇ ਥਰੂ MRP ਲੱਗ ਕੇ ਆਉਂਦੇ ਨੇ। ਔਰ ਮੈਂ ਵੈਸੇ ਤੁਹਾਨੂੰ ਇੱਕ ਗੱਲ ਦੱਸਦਾ, ਲੈਟਸ ਸਪੋਜ਼ ਅਸੀਂ ਇੱਥੇ ਮਾਰਕੀਟ ਦੇ ਵਿੱਚ ਬਹਿੰਦੇ ਆ ਯਾਰ ਇੰਨਾ ਕੁ ਕੰਪੀਟੀਸ਼ਨ ਹੈ। ਮੈਂ ਇੱਕ ਛੋਟੀ ਜਿਹੀ ਗੱਲ ਸਟਾਰਟ ਕਰਨਾ ਚਾਹੂੰਗਾ ਡਿਸਕਾਊਂਟ ਦੇ ਉੱਪਰ, ਕਿ ਇੱਕ ਦੁਕਾਨਦਾਰ ਡਿਸਕਾਊਂਟ ਦਿੰਦਾ। ਸਾਡੇ ਨਾ ਦਵਾਈਆਂ ਦੇ ਵਿੱਚ ਇੰਨਾ ਕੁ ਕੰਪੀਟੀਸ਼ਨ ਹੈਗਾ ਕਿ ਅਸੀਂ ਨਾਰਮਲੀ ਜਿਵੇਂ 10% ਤੋਂ ਲੈ ਕੇ 15, ਕਈਆਂ 'ਚ 20, ਚਲੋ ਮੈਂ ਸਰਜੀਕਲ ਦੇ ਵਿੱਚ ਲਗਾ ਲਾਂ ਤੇ ਮੈਂ ਇੰਜੈਕਟੇਬਲ ਤੇ ਲਗਾ ਲਾਂ, ਘੱਟੋ ਘੱਟ 90% ਆਫ ਹੈਗਾ, ਠੀਕ ਹੈ ਜੀ। ਹੁਣ ਆਲਰੇਡੀ ਉਹ ਕਿਉਂ ਹੈਗਾ ਵਜ੍ਹਾ ਕਿ ਕੰਪੀਟੀਸ਼ਨ ਹੈਗਾ। ਔਰ ਅੱਜ ਦੀ ਡੇਟ ਵਿੱਚ ਕੋਈ ਵੀ ਕਸਟਮਰ ਕਿਤੋਂ ਵੀ ਦਵਾਈ ਲੈਂਦਾ, ਹਰ ਕੋਈ ਸਮਝਦਾਰ ਹੈਗਾ, ਠੀਕ ਹੈ। ਕੋਈ ਇਦਾਂ ਦਾ ਸਿਨੈਰੀਓ ਨਹੀਂ ਹੋ ਸਕਦਾ ਕਿ ਇੱਕ ਚੀਜ਼ 32 ਦੀ ਆਂਦੀ ਹੋਵੇ ਤਾਂ ਕੋਈ 136 ਰੁਪਏ ਦੀ ਵੇਚ ਲੂਗਾ, ਮਤਲਬ ਆਮ ਇੱਕ ਸੋਚਣ ਵਾਲੀ ਗੱਲ ਹੈ। ਇਹ ਸੰਦੀਪ ਇਸੇ ਨਾਲ ਰਿਲੇਟਡ ਮੇਰੇ ਇੱਕ ਜੁੜਿਆ ਹੋਇਆ ਸਵਾਲ ਹੈ, ਜਿਵੇਂ ਤੁਸੀਂ ਗੱਲ ਕਿਹਾ ਕਿ ਕੰਪੀਟੀਸ਼ਨ ਬਹੁਤ ਹੈ। ਹੁਣ ਇੱਕ ਉਹਨਾਂ ਨੇ ਤੁਸੀਂ ਸ਼ਾਇਦ ਦੇਖਿਆ ਹੋਣਾ ਵੀਡੀਓ ਦੇ ਵਿੱਚ, ਉਹ ਟੀਕਾ 2500 ਦਾ ਜੋ ਉਹਦੇ MRP ਲੱਗੀ ਹੋਈ ਆ ਉਹ 440 ਸਮਥਿੰਗ ਦਾ ਉਹ ਦਿਖਾ ਰਹੇ ਨੇ। ਉਹਦੇ ਪਿੱਛੇ ਤੁਸੀਂ ਕੀ ਵਜ੍ਹਾ ਮੰਨਦੇ ਹੋ, ਕਿ ਕਿਹੜੇ ਕੰਪਨੀ ਦਾ ਹੋ ਜਾਂ ਕਿਸ ਤਰ੍ਹਾਂ ਦਾ ਉਸ ਨੂੰ ਮੰਨਦੇ ਹੋ, ਕਿ ਕੀ ਉਹ ਡੁਪਲੀਕੇਟ ਹੈ ਜਾਂ ਕਿਵੇਂ ਹੈ, ਕਿ ਉਹ 440 ਦਾ ਕਿਉਂ ਲਗਾਇਆ ਗਿਆ? ਜਿਹੜੀਆਂ ਚੀਜ਼ਾਂ ਲੋਕਾਂ ਨੂੰ ਉਹ ਦੇਖ ਕੇ ਮਜਬੂਰ ਕਰ ਦਿੰਦੀਆਂ ਨੇ ਸੋਚਣ ਲਈ ਵੀ ਹਾਂ ਵਾਕਈ ਜਿੰਦੂ ਇਹ ਗੱਲ ਸੱਚੀ ਕਹਿ ਰਿਹਾ, ਉੱਥੇ ਸੰਦੀਪ ਦਾ ਕੀ ਕਹਿਣਾ? ਸਰ ਮੈਂ ਉਹੀ ਗੱਲ ਜਿਹੜੀ ਮੈਂ ਇੱਕ ਪਹਿਲਾਂ ਗਈ ਸੀ, ਜਿਹੜੀ ਪ੍ਰਾਈਸ MRP ਲੱਗਦੀ ਹੈ ਮੈਕਸਿਮਮ ਰਿਟੇਲ ਪ੍ਰਾਈਸ, ਉਹ ਇੱਕ ਗਵਰਨਮੈਂਟ ਦੀ ਰੈਗੂਲੇਟਰੀ ਹੈ ਜਿਹੜੀ ਉਹਨਾਂ ਨੂੰ ਪ੍ਰਾਈਸ ਕੰਟਰੋਲ ਕਰਦੀ ਨੇ। ਹੁਣ ਮੈਂ ਇੱਕ ਹੋਰ ਗੱਲ ਵੀ ਕਹਿਣਾ ਚਾਹੂੰਗਾ, ਪਿੱਛੇ ਇੱਕ ਸਰਕਾਰ ਨੇ ਡਰੱਗ ਪ੍ਰਾਈਸ ਕੰਟਰੋਲ ਐਕਟ ਬਣਾਇਆ ਸੀਗਾ, ਜਿਹਦੇ ਵਿੱਚ 400 ਮੋਲੀਕਿਊਲਸ ਉਹਨਾਂ ਨੇ ਪਾਤੇ ਸੀਗੇ, ਠੀਕ ਹੈ। ਹੁਣ ਉਹ 400 ਮੋਲੀਕਿਊਲਸ ਦੇ ਵਿੱਚ ਕੀ ਹੈ, ਮੈਂ ਐਗਜ਼ਾਮਪਲ ਲੈਣਾ ਚਾਹੂੰਗਾ ਓਸਡ ਦਾ ਪੱਤਾ ਕਿਸੇ ਟਾਈਮ ਦੇ ਵਿੱਚ ਅਰਾਊਂਡ 100 ਰੁਪੀਜ਼ MRP ਪਹੁੰਚ ਗਿਆ ਸੀਗਾ, ਤੇ ਗਵਰਨਮੈਂਟ ਨੇ ਉਹਦੇ ਉੱਪਰ ਪ੍ਰਾਈਸ ਕੰਟਰੋਲ ਐਕਟ ਲਗਾਤਾ ਕਿ ਉਹਨੂੰ 39 ਤੋਂ ਜ਼ਿਆਦਾ MRP ਨਹੀਂ ਹੋਣਾ ਚਾਹੀਦਾ ਸੀਗਾ। ਤੇ ਸਾਨੂੰ ਠੀਕ ਹੈ, ਇਫ ਗਵਰਨਮੈਂਟ ਕਰ ਰਹੀ ਹੈ ਤਾਂ ਅੱਛੀ ਗੱਲ ਹੈ। ਹੁਣ ਜਿਹੜੀ ਉਹਨਾਂ ਨੇ ਇੰਜੈਕਸ਼ਨ ਦੀ ਗੱਲ ਕਹੀ, ਚਲੋ ਜੀ ਉਹਨਾਂ ਨੇ ਦੱਸਿਆ ਜੀ ਇਹ MRP ਉਹਦੇ ਤੇ ਮੇਰੇ ਖਿਆਲ 'ਚ 3600 ਜਾਂ 3500 ਹੈਗਾ, ਠੀਕ ਹੈ। ਮੈਂ ਤੁਹਾਨੂੰ ਇੱਕ ਗੱਲ ਦਾਅਵੇ ਨਾਲ ਕਹਿ ਸਕਦਾ, ਤੁਸੀਂ ਪੂਰੇ ਲੁਧਿਆਣੇ ਸ਼ਹਿਰ 'ਚੋਂ ਇੰਜੈਕਸ਼ਨ ਦਾ ਫੋਟੋ ਲੈ ਕੇ ਚੱਲ ਜਾਓ ਜਾਂ ਲੈਣ ਚੱਲ ਜਾਓ, ਤੁਸੀਂ ਪੁੱਛ ਕੇ ਦੇਖੋ ਮਾਰਕੀਟ ਦੇ ਵਿੱਚ ਮਿਲਦਾ ਕਿੰਨੇ ਦਾ। ਮੇਰੇ ਖਿਆਲ ਦੇ ਨਾਲ ਨਹੀਂ ਕੋਈ ਵੀ ਇਨਸਾਨ ਜਾਂ ਕੋਈ ਦੁਕਾਨਦਾਰ ਉਹਨੂੰ 500 ਤੋਂ ਜ਼ਿਆਦਾ ਨਹੀਂ ਵੇਚਦਾ ਹੋਊਗਾ। ਅੱਛਾ, ਹਾਂਜੀ। ਔਰ ਇਹ ਸਿਰਫ MRP ਲੱਗੇ ਹੋਣ ਦੇ ਬਾਵਜੂਦ? ਬਿਲਕੁਲ ਮੈਂ ਇਹ ਦਾਅਵੇ ਨਾਲ 100% ਕਹਿ ਸਕਦਾ ਹੈ ਕਿ ਅੱਛਾ ਇੱਕ ਗੱਲ ਇੱਕ ਇਹ ਵੀ ਆਈ ਸੀਗੀ, ਮੈਂ ਅਨਮੋਲ ਕੁਆਤਰਾ ਜੀ ਦੀ ਵੀਡੀਓ ਦੇਖੀ ਸੀ, ਉਹ ਕਹਿਣਾ ਚਾਹੁੰਦੇ ਸੀ ਕਿ ਯਾਰ ਕੋਈ ਕਿਸੇ ਦੁਕਾਨਦਾਰ ਦੀ ਗਰੰਟੀ ਲੈ ਸਕਦਾ। ਸਰ ਗਰੰਟੀ ਤਾਂ ਚਲੋ ਮੈਂ ਇੱਕ ਗੱਲ ਕਹਾਂ, ਗਰੰਟੀ ਨਹੀਂ ਲੈ ਸਕਦਾ, ਬਟ ਤੁਸੀਂ ਇੱਕ ਵਾਰ ਆਪਣੇ
ਲੈਵਲ ਦੇ ਉੱਤੇ ਉਹ ਚੀਜ਼ ਪੁੱਛ ਕੇ ਦੇਖੋ। ਔਰ ਜਿਹੜਾ ਇੰਜੈਕਸ਼ਨ ਸੀਗਾ ਉਹ ਇੰਜੈਕਸ਼ਨ ਹੁੰਦਾ ਉਹ ਡਾਇਲਿਸਿਸ ਦੇ ਪੇਸ਼ੈਂਟਸ ਨੂੰ ਯੂਜੂਅਲੀ ਲੱਗਦਾ ਹੈ ਉਹ ਸੈੱਲ ਵਧਾਉਣ ਵਾਸਤੇ, ਔਰ ਉਹ ਪੇਸ਼ੈਂਟ ਹਰ ਹਫਤੇ ਉਹਨੇ ਖਰੀਦਦਾ ਹੁੰਦਾ। ਔਰ ਤੁਸੀਂ ਬਿਲੀਵ ਕਰੋ ਉਹ 10-10 ਰੁਪਏ ਮਾਰਜਨ ਦੇ ਉੱਪਰ ਉਹ ਇੰਜੈਕਸ਼ਨ ਵਿਕਦਾ ਹੈਗਾ। ਵਜ੍ਹਾ ਕੀ, ਸਾਡੇ ਕੋਲ ਇੱਕ ਕਸਟਮਰ ਲੱਗਿਆ, ਉਹ ਰੂਟੀਨ ਹੈ, ਉਹਨੇ ਹਰ ਹਫਤੇ ਆਣਾ, ਉਹਨੇ ਡਾਇਲਿਸਿਸ ਦੀ ਦਵਾਈ ਲੈਣੀ ਹੈ, ਠੀਕ ਹੈ। ਔਰ ਇੰਨਾ 'ਚ ਮਾਰਜਨ ਨਹੀਂ ਰੱਖਿਆ ਜਾ ਸਕਦਾ। ਔਰ ਕੋਈ ਵੀ ਦੁਕਾਨਦਾਰ ਐਡਾ ਵੀ ਉਹ ਨਹੀਂ ਹੈਗਾ ਕਿ ਕਹਿ ਲਓ ਕਿ ਯਾਰ ਮਤਲਬ ਜੋ ਚੀਜ਼ 400 ਰੁਪਏ ਦੀ ਹੈ ਤੇ ਉਹਨੂੰ 3600 ਦੀ ਵੇਚ ਦੂਗਾ। ਇਹਦੇ ਦੀ ਕੋਈ ਪੋਸੀਬਿਲਿਟੀ, ਤੁਸੀਂ ਆਪ ਸੋਚ ਕੇ ਦੇਖੋ, ਆਪਣੇ ਲੁਧਿਆਣੇ ਸ਼ਹਿਰ 'ਚ ਦੇਖ ਚੱਲ ਜਾਈਏ ਜਾਂ ਕਿਤੇ ਵੀ ਚੱਲ ਜਾਈਏ, ਮੈਡੀਸਿਨਸ ਦਾ ਕਿਤੇ ਵੀ ਚੱਲ ਜਾਈਏ ਮਾਰਕੀਟ ਬਣ ਚੁੱਕੀ ਹੈ। ਇੰਨਾ ਵੀ ਕੰਪੀਟੀਸ਼ਨ ਹੈਗਾ ਕਿ ਜਿਹਦੇ ਵਿੱਚ ਇਹ ਪੋਸੀਬਿਲਿਟੀਜ਼ ਹੀ ਨਹੀਂ ਹੈਗੀ, ਔਰ ਕਿਸੇ ਦੇ ਇੰਨੀ ਉਹਨੂੰ ਕਹਿ ਲਓ ਨਾ ਜ਼ਮੀਰ ਵੀ ਨਹੀਂ ਅਲਾਉ ਕਰਦਾ ਕਿ ਇੰਨਾ ਕੁ ਕੰਮ ਕਰ ਸਕੇ। ਜਿਵੇਂ ਹੁਣ ਆਪਾਂ ਡੀਐਮਸੀ ਆਉਂਦੇ ਆ, ਤੁਸੀਂ ਗੱਲ ਕੀਤੀ ਕੰਪੀਟੀਸ਼ਨ ਦੀ ਹੈ, ਜੇਕਰ ਡੀਐਮਸੀ ਮੈਂ ਦੇਖਾਂ ਤਾਂ ਤਕਰੀਬਨ ਇਹ ਬੰਨੇ ਨਾਲ ਬੰਨਾ ਜੋ ਦਰਵਾਜ਼ੇ ਨਾਲ ਦਰਵਾਜ਼ਾ ਦੂਜੇ ਮੈਡੀਕਲ ਦਾ ਭਿੜਦਾ ਹੈ, ਤਾਂ ਕੀ ਕਹਿਣਾ ਤੁਹਾਡਾ ਉੱਥੇ ਕਿ ਕਿੰਨਾ ਕੁ ਤੁਸੀਂ ਮਾਰਜਨ ਰੱਖ ਕੇ ਵੇਚ ਸਕਦੇ ਹੋ? ਕਿਉਂਕਿ ਆਲਰੇਡੀ ਜਿਹੜੇ ਕਸਟਮਰ ਨੇ ਜਾਂ ਗਾਹਕ ਨੇ ਜਾਂ ਪੇਸ਼ੈਂਟ ਆ ਉਹ ਇੰਨਾ ਕੁ ਤਾਂ ਸਮਝਦਾਰ ਹੈ, ਅਗਰ ਤੁਹਾਨੂੰ ਇੱਥੋਂ ਵੱਧ ਚੀਜ਼ ਮਿਲ ਰਹੀ ਹੈ ਤਾਂ ਦੂਸਰੇ ਤੇ ਵੀ ਜਾ ਸਕਦਾ। ਇੱਥੇ ਤੁਹਾਡਾ ਕੀ ਕਹਿਣਾ ਕਿ ਹਾਂ ਕਿੰਨੀ ਕੁ ਤੁਹਾਡੀ ਯੂਨਿਟੀ ਨਾਲ, ਜਾਂ ਤੁਸੀਂ ਇੱਕ ਰੇਟ ਫਿਕਸ ਰੇਟ ਰੱਖ ਕੇ ਚੱਲ ਰਹੇ ਹੋ ਕਿ ਪੂਰੀ ਇੱਥੇ ਜੋ ਤੁਹਾਡੀ ਮਾਰਕੀਟ ਹੈ ਉਹਦੇ ਵਿੱਚ ਚੱਲ ਰਹੇ ਹੋ? ਸਰ ਹੁਣ ਮੈਂ ਆਪਣੀ ਮਾਰਕੀਟ ਦੀ ਗੱਲ ਕਰ ਲਾਂ, ਅਪਰੋਕਸੀਮੇਟਲੀ ਸਾਡੇ ਇੱਥੇ 25 ਤੋਂ 30 ਦੁਕਾਨਾਂ ਨੇ, ਇਸ ਵੇਲੇ ਗਿਣਤੀ ਆਲਮੋਸਟ 30 ਦੁਕਾਨਾਂ ਦੀ ਹੈ, ਤੇ ਸਾਰੇ ਅੱਛਾ ਕੰਮ ਕਰਦੇ ਨੇ, ਠੀਕ ਹੈ। ਹੁਣ ਕਈਆਂ ਦਾ ਕੀ ਹੁੰਦਾ, ਮੈਂ ਤੁਹਾਨੂੰ ਇੱਕ ਛੋਟਾ ਐਗਜ਼ਾਮਪਲ ਹੋਰ ਦੱਸਣਾ ਚਾਹਾਂਗਾ। ਹੁਣ ਇੱਕ ਦੁਕਾਨਦਾਰ ਦਾ ਕੰਮ ਥੋੜਾ ਜ਼ਿਆਦਾ, ਇੱਕ ਦੁਕਾਨਦਾਰ ਦਾ ਕੰਮ ਥੋੜਾ ਘੱਟ ਹੈ। ਕੋਈ ਕੁਝ ਲਿਮਿਟਿਡ ਟਾਈਮ ਲਈ ਕੰਮ ਕਰਦਾ, ਕੁਝ ਜ਼ਿਆਦਾ ਟਾਈਮ ਲਈ ਕਰਦਾ। ਹੁਣ ਕੋਈ ਜ਼ਿਆਦਾ ਡਿਸਕਾਊਂਟ ਕਸਟਮਰ ਨੂੰ ਦੇ ਦਿੰਦਾ, ਕੋਈ ਘੱਟ ਕਸਟਮਰ ਨੂੰ ਦੇ ਦਿੰਦਾ। ਬਟ ਜੇ ਇੱਕ ਐਗਜ਼ਾਮਪਲ ਲੈਣਾ, ਇੱਕ ਦੁਕਾਨਦਾਰ ਹੈ ਉਹ ਕਸਟਮਰ ਨੂੰ 10% ਡਿਸਕਾਊਂਟ ਦਿੰਦਾ, ਇੱਕ ਦੁਕਾਨਦਾਰ ਹੈਗਾ ਉਹ ਕਸਟਮਰ ਨੂੰ 5% ਡਿਸਕਾਊਂਟ ਦਿੰਦਾ, ਜਾਂ ਮੈਂ ਕਹਿ ਲਾਂ ਇੱਕ ਦੁਕਾਨਦਾਰ ਉਹ 15% ਡਿਸਕਾਊਂਟ ਦਿੰਦਾ। ਹੁਣ ਜਦੋਂ ਆਪਣੀ ਨਾ, ਹੁਣ ਹਰ ਕਿਸੇ ਦੀ ਨਾ ਇੱਕ ਮਜਬੂਰੀ ਵੀ ਹੋ ਸਕਦੀ ਹੈ, ਠੀਕ ਹੈ, ਕਿਸੇ ਦੀ ਮਜਬੂਰੀ ਇਹ ਵੀ ਹੋ ਸਕਦੀ ਹੈ। ਹੁਣ ਜਦੋਂ ਅਸੀਂ ਕਈ ਵਾਰ ਬੰਦਾ ਕੰਮ ਕਰਦਾ, ਆਪਾਂ ਕੋਈ ਵੀ ਆਪਾਂ ਠੋਕ 'ਚ ਕੰਮ ਕਰਦੇ ਹਾਂ, ਆਪਾਂ ਕਿਤੋਂ ਕੋਈ ਚੀਜ਼ ਲੈਣ ਜਾਂਦੇ ਹਾਂ, ਠੀਕ ਹੈ ਜੀ। ਹੁਣ ਮੈਂ ਐਗਜ਼ਾਮਪਲ ਇੱਕ ਕੰਮ ਕਵਾਂ, ਹੁਣ ਜਿਵੇਂ ਜਿੰਦੂ ਜੀ ਨੇ ਉਹ ਕਰੀਮ 32 ਰੁਪਏ ਦੀ ਕਹੀ ਸੀਗੀ, ਠੀਕ ਹੈ ਜੀ, ਉਹ 34 ਰੁਪਏ ਦੀ ਆਉਂਦੀ ਆ, ਸਾਨੂੰ 34 ਦੀ ਆਉਂਦੀ ਹੈ, ਉਹਨਾਂ ਨੂੰ 32 ਦੀ ਮਿਲੀ। ਕਿਉਂ ਮਿਲੀ? ਇੱਕ ਤੁਸੀਂ ਅਗਰ ਕਿਸੇ ਨੇ ਨਿਊਜ਼ ਚੈਨਲ 'ਚ ਇੰਟਰਵਿਊ ਦੇਖੀ ਹੋਵੇ, ਜਿੰਨਾ ਤੋਂ ਉਹਨਾਂ ਨੇ 32 ਰੁਪਏ ਦੀ ਖਰੀਦੀ ਹੈ, ਉਹਨਾਂ ਨੇ ਇਹ ਕਿਹਾ ਸੀਗਾ ਜੀ ਅਸੀਂ ਫਾਇਦਾ ਕਰਨਾ ਲੋਕਾਂ ਦਾ। ਉਹਨਾਂ ਨੇ ਕਿਹਾ ਯਾਰ ਮੈਂ ਆਪਣਾ ਮਾਰਜਨ ਵੀ ਛੱਡਦਾ, ਮੈਂ ਵੀ 2 ਰੁਪਏ ਨਹੀਂ ਕਮਾਣੇ, ਮੈਂ ਤੁਹਾਨੂੰ 32 ਦੀ ਦਊਂਗਾ, ਜਦ ਕਿ ਆਮ ਦੁਕਾਨਦਾਰਾਂ ਨੂੰ 34 ਦੀ ਮਿਲਦੀ ਹੈ। ਕਿਉਂ? ਇਹ ਉਹਨਾਂ ਨੇ ਕਿੱਥੋਂ ਲਿੱਤਾ? ਸਾਡੇ ਵਰਗੇ ਦੁਕਾਨਦਾਰ ਭਰਾਵਾਂ ਤੋਂ ਹੀ ਲਿੱਤੀ ਨਾ ਚੀਜ਼। ਸੰਦੀਪ ਜੀ, ਕਿਤੇ ਉੱਥੇ ਤੁਸੀਂ ਦੇਖਦੇ ਹੋ ਕਿ ਉਸ ਜਗ੍ਹਾ ਦੇ ਉੱਤੇ ਬਿਜ਼ਨਸ ਪ੍ਰੋਫੈਸ਼ਨ ਇੱਕ ਸਾਈਡ ਤੇ ਹੋ ਕੇ ਸੇਵਾ ਵੀ ਭਾਵ ਵੀ ਹੁੰਦਾ, ਜਿੱਥੇ ਤੁਸੀਂ ਇਹ ਗੱਲ ਕਰ ਰਹੇ ਹੋ ਵੀ ਆਪਦਾ ਮਾਰਜਨ ਵੀ ਛੱਡ ਦਿੰਦਾ ਦੁਕਾਨਦਾਰ। ਸਰ ਹੁਣ ਮੈਂ ਬੰਦਾ ਪਤਾ ਕੀ ਕਹੇ, ਮੈਂ ਆਪਣੇ ਮੂੰਹੋਂ ਕਹੀ ਆਵਾਂ ਯਾਰ ਮੈਂ ਇੱਥੇ ਫਾਇਦਾ ਕਰਦਾ, ਇੱਥੇ ਕਰਦਾ। ਸਾਡੇ ਕੋਲ ਕਿੰਨੀ ਵਾਰ ਕਈ ਪੇਸ਼ੈਂਟ ਆਉਂਦੇ ਨੇ ਔਰ ਸਾਨੂੰ ਦਿਖਦਾ, ਠੀਕ ਹੈ ਯਾਰ, ਕਿ ਉਹਨਾਂ ਦਾ ਨਾ ਕਹਿੰਦੇ ਉਹਨਾਂ ਕੋਲ ਪੈਸੇ ਨਹੀਂ ਹੈਗੇ। ਅਸੀਂ ਕਈ ਵਾਰ ਹੋਇਆ ਯਾਰ ਚੱਲ ਆ ਯਾਰ ਐਂਟੀਬਾਇਓਟਿਕ ਮਹਿੰਗਾ ਹੈਗਾ, ਤੂੰ ਸਸਤੀ ਦਵਾਈ ਦੇ ਪੈਸੇ ਦੇਈ ਚੱਲ, ਜਿਹੜੀ ਤੇਰੀ 50-100 ਵਾਲੀ ਹੈਗੀ ਹੈ, ਤੇਰਾ ਜਿਹੜਾ ਐਂਟੀਬਾਇਓਟਿਕ ਮੇਰੇ ਵੱਲੋਂ ਹੋ ਗਿਆ, ਜਦ ਤੱਕ ਤੇਰਾ ਮਰੀਜ਼ ਇੱਥੇ ਹੈਗਾ ਯਾਰ ਤੂੰ ਮੇਰੇ ਤੋਂ ਲਈ ਚੱਲ, ਕੋਈ ਨਾ ਨਹੀਂ। ਔਰ ਇਹ ਕਿੰਨੀ ਵਾਰ ਹੁੰਦਾ, ਅਸੀਂ ਕਰਦੇ ਆ, ਔਰ ਮੈਂ ਇਹ ਨਹੀਂ ਕਹਿ ਰਿਹਾ ਮੈਂ ਕਰਦਾ ਜਾਂ ਕੋਈ ਹੋਰ, ਔਰ ਆਮ ਬੰਦਾ ਕੋਈ ਵੀ ਹੈਗਾ, ਔਰ ਇਹ ਹਰ ਕੋਈ ਕਰਦਾ ਹੀ ਹੈ ਜਿਹਦੇ ਬਸ ਹੁੰਦਾ ਔਰ ਕਰਦਾ, ਕੋਈ ਏਦਾਂ ਦੀ ਗੱਲ ਨਹੀਂ ਹੈਗੀ। ਔਰ ਬਾਕੀ ਤੁਸੀਂ ਹੁਣ ਕੰਪੀਟੀਸ਼ਨ ਦੀ ਗੱਲ ਕੀਤੀ, ਸਾਡੀ ਮਾਰਕੀਟ ਦੇ ਵਿੱਚ ਬਹੁਤ ਹੀ ਲਿਮਿਟਡ ਮਾਰਜਨ ਤੇ ਕੰਮ ਕੀਤਾ ਜਾਂਦਾ, ਠੀਕ ਹੈ। ਹੁਣ ਮੈਂ ਤੁਹਾਨੂੰ ਛੋਟਾ ਐਗਜ਼ਾਮਪਲ ਦੇਣਾ, ਕਈ ਵਾਰ ਕੀ ਹੁੰਦਾ, ਅਸੀਂ ਨਾ 500 ਰੁਪਏ ਦੀ ਚੀਜ਼ ਵੇਚੀ, ਉਹ 'ਚ ਸ਼ਾਇਦ ਸਾਨੂੰ 50 ਰੁਪਏ ਵੱਜ ਜਾਂਦੇ ਆ, ਠੀਕ ਹੈ ਜੀ। ਆਪਾਂ ਉਹਨੂੰ ਮਾਰਜਨ ਗਿਣਦੇ, ਆਪਾਂ 10% ਜੀ ਇੱਕ ਦੁਕਾਨਦਾਰ ਨੇ ਕਮਾ ਲਿਆ। ਬਟ ਕਿੰਨੀ ਵਾਰ ਸਾਡੇ ਨਾਲ ਇਹ ਹੁੰਦਾ, ਅਸੀਂ 10,000 ਰੁਪਏ ਦੀ ਚੀਜ਼ ਵੇਚਦੇ ਹਾਂ, ਉਹਦੇ ਵਿੱਚ ਸਾਨੂੰ ਸਿਰਫ 100 ਰੁਪਏ ਬਚਦਾ। ਵਜ੍ਹਾ ਕਿ ਇੱਕ ਚੀਜ਼ ਮਹਿੰਗੀ ਹੈ। ਚਲੋ ਮੈਂ ਐਗਜ਼ਾਮਪਲ ਕੋਈ ਵੀ ਇੱਕ ਇਨਸਾਨ ਲਗਾ ਲਾ, ਉਹਨੇ ਨਾ ਉਹਨੂੰ ਡਾਕਟਰ ਨੇ ਇੱਕ ਦਵਾਈ ਲਿਖਤੀ ਵੀ ਉਹਦਾ ਨਾ ਪੱਤਾ ਐਗਜ਼ਾਮਪਲ ਲੈ ਲਈਏ 10,000 ਰੁਪਏ ਦਾ ਪੱਤਾ ਹੈ ਜੀ। ਹੁਣ ਕੋਈ ਵੀ ਬੰਦਾ ਹੈ, ਭਾਜੀ ਮੈਨੂੰ ਗੱਲ ਦੱਸੋ, ਤੁਸੀਂ ਵੀ ਹੈਗੇ ਹੋ ਜਾਂ ਕੋਈ ਵੀ ਇਨਸਾਨ ਹੈ, ਉਹ 4 ਦੁਕਾਨਾਂ ਤੇ ਪਤਾ ਤਾਂ ਕਰੂਗਾ ਨਾ ਯਾਰ ਕਿੰਨੇ ਦਾ ਮਿਲਦਾ, ਯਾਰ ਮਹਿੰਗੀ ਚੀਜ਼ ਹੈਗੀ ਹੈ, ਮੈਂ 4 ਦੁਕਾਨਾਂ ਤੇ ਪਤਾ ਕਰਕੇ ਫੇਰ ਲਊਂਗਾ, ਯਾਰ ਮੈਨੂੰ ਰੇਟ ਨਾ ਜ਼ਿਆਦਾ ਲੱਗ ਜੇ। ਕੰਪੀਟੀਸ਼ਨ ਹੋਣ ਕਰਕੇ ਔਰ ਉਹ ਜ਼ਿਆਦਾ 100 ਰੁਪਏ ਮਾਰਜਨ ਤੇ ਚੀਜ਼ ਵਿਕ ਜਾਂਦੀ ਹੈ। ਔਰ ਸਮਟਾਈਮਸ ਤਾਂ ਸਿਨੈਰੀਓ ਇਦਾਂ ਦਾ ਵੀ ਆਉਂਦਾ, ਹੁਣ ਜਿੰਦੂ ਜੀ ਕਹਿੰਦੇ ਨੇ ਕਿ ਅਸੀਂ ਆ ਰੱਖਿਆ ਇੱਥੋਂ ਖਰੀਦਿਆ ਸਸਤਾ ਵੇਚਿਆ। ਜਿੰਦੂ ਜੀ ਇੰਨੀ ਵਾਰ ਹੁੰਦਾ ਕਿ ਸਾਡੇ ਕੋਲ ਇੰਨੇ ਮਹਿੰਗੇ ਚੀਜ਼ਾਂ ਆਉਂਦੀਆਂ ਨੇ ਜਿਹਦੀ ਇੱਕ ਮੈਡੀਸਨ ਦੀ ਡੋਜ਼ ਅਰਾਊਂਡ 25-30 ਹਜ਼ਾਰ ਦੀ ਹੁੰਦੀ ਹੈ। ਔਰ ਉਹ ਕਈ ਵਾਰ ਕੀ ਹੁੰਦਾ, ਉਹ ਪੇਸ਼ੈਂਟ ਸ਼ਾਇਦ ਹੀ ਸਾਲ ਦੇ ਵਿੱਚ ਇੱਕ ਕੋਈ ਪੇਸ਼ੈਂਟ ਆਵੇ ਤੇ ਤੁਹਾਡੀ ਉਹ ਚੀਜ਼ ਵਿਕੇ, ਬਟ ਬਿਕੋਜ਼ ਉਹ ਇੱਕ ਐਮਰਜੈਂਸੀ ਡਰੱਗ ਹੈ, ਠੀਕ ਹੈ,
ਕਿ ਖੜੇ ਪੈਰ ਲੈਟਸ ਸਪੋਜ਼ ਮੈਂ ਇਹ ਨਹੀਂ ਕਹਿ ਸਕਦਾ ਕਸਟਮਰ ਨੂੰ ਭਾਜੀ ਤੁਸੀਂ ਨਾ ਅੱਛਾ ਤੁਹਾਡੀ ਇਹ ਰਿਕੁਆਇਰਮੈਂਟ ਹੈਗੀ ਹੈ ਮੈਂ ਨਾ ਤੁਹਾਨੂੰ ਮੰਗਾ ਕੇ ਦਊਂਗਾ ਫਿਰ ਮੈਂ ਕੰਪਨੀ ਗੱਲ ਕਰੂੰਗਾ ਕੰਪਨੀ ਤੋਂ ਮਾਲ ਆਊਗਾ ਸਾਨੂੰ ਚੀਜ਼ ਇਨ ਸਟਾਕ ਰੱਖਣੀ ਪੈਂਦੀ ਹੈ ਔਰ ਕਈ ਵਾਰ ਕੀ ਹੁੰਦਾ ਸਾਲ ਚੀਜ਼ ਨਹੀਂ ਵਿਕਦੀ ਔਰ ਮਹਿੰਗੀ ਹੁੰਦੀ ਹੈ ਰੇਟ ਮਤਲਬ 25,000 ਰੁਪਏ ਪਿੱਛੇ ਨਾ ਹਾਰਡਲੀ 500 ਰੁਪਏ ਨਹੀਂ ਬਚਦਾ ਔਰ ਇਹ ਕੰਪੈਰੀਜ਼ਨ ਜਿਹੜਾ ਕੀਤਾ ਗਿਆ ਹੈ ਮੇਰੇ ਖਿਆਲ ਦੇ ਨਾਲ ਕੋਈ ਸਹੀ ਤਰੀਕੇ ਦੇ ਨਾਲ ਉਹਨਾਂ ਨੇ ਚੀਜ਼ ਨੂੰ ਦਿਖਾਇਆ ਨਹੀਂ ਮੈਂ ਉਹਨਾਂ ਨੂੰ ਮੈਂ ਕੋਈ ਮਾੜਾ ਚੀਜ਼ ਕਹਿਣਾ ਨਹੀਂ ਚਾਹੁੰਦਾ ਬਹੁਤ ਵਧੀਆ ਕੰਮ ਕੀਤਾ ਮੇਰੇ ਖਿਆਲ ਦੇ ਨਾਲ ਜਿਸ ਤਰ੍ਹਾਂ ਉਹਨਾਂ ਨੇ ਕੰਮ ਸ਼ੁਰੂ ਕੀਤਾ ਸੀਗਾ ਜੇ ਇਸ ਤਰ੍ਹਾਂ ਹੀ ਉਹ ਕਰਦੇ ਰਹਿੰਦੇ ਠੀਕ ਹੈ ਹੁਣ ਮੈਂ ਅਨਮੋਲ ਜੀ ਦੀ ਐਨਜੀਓ ਚੱਲ ਰਹੀ ਆਪਾਂ ਕਿੰਨੇ ਸਾਲਾਂ ਤੋਂ ਦੇਖਦੇ ਆ ਰਹੇ ਨੇ ਉਹਨਾਂ ਨੇ ਕਦੀ ਕਿਸੇ ਨੂੰ ਨਿੰਦਿਆ ਨਹੀਂ ਉਹ ਕਹਿੰਦੇ ਜੀ ਤੁਸੀਂ ਆਓ ਅੱਗੇ ਹੈਲਪ ਕਰੋ ਇਹੀ ਮੇਰੇ ਖਿਆਲ ਦੇ ਵਿੱਚ ਇਹ ਤਰੀਕਾ ਹੋਣਾ ਚਾਹੀਦਾ ਸੀ ਤੁਸੀਂ ਬਾਕੀ ਦੁਕਾਨਦਾਰਾਂ ਨੂੰ ਕਹਿਣਾ ਸ਼ੁਰੂ ਕਰਤਾ ਜੀ ਤੁਸੀਂ ਚੋਰ ਹੈਗੇ ਹੋ ਡਾਕਟਰ ਚੋਰ ਨੇ ਇਹ ਕੋਈ ਤਰੀਕਾ ਨਹੀਂ ਹੋਇਆ ਮੇਰੇ ਖਿਆਲ ਨਾਲ ਨਹੀਂ ਸੰਦੀਪ ਲਾਸਟ ਸਵਾਲ ਹੈ ਇੱਕ ਮਾਸਕ ਨੂੰ ਲੈ ਕੇ ਉਹ ਬਹੁਤ ਵੱਡਾ ਇੱਕ ਤਰ੍ਹਾਂ ਨਾਲ ਇੱਕ ਖੁਲਾਸਾ ਕਰਦੇ ਨੇ ਕਿ ਜਿਹੜਾ 250 ਜਾਂ 300 ਰੁਪਏ ਦਾ ਮਾਸਕ ਮਾਰਕੀਟ 'ਚ ਮਿਲਦਾ ਹੈ ਉਹੀ ਜੋ ਉਹਨਾਂ ਨੇ ਆਪ ਦੇ ਦਿਖਾਇਆ 40-44 ਰੁਪਏ ਸਮਥਿੰਗ ਇੱਥੇ ਤਕਰੀਬਨ ਦਿਖਾਇਆ ਤਾਂ ਕੀ ਉਹ ਮਾਸਕ ਡੁਪਲੀਕੇਟ ਹੈ ਜਾਂ ਫਿਰ ਉਹ ਬਣਾਉਣ ਵਾਲੀ ਕੰਪਨੀ ਨਹੀਂ ਵਧੀਆ ਜਾਂ ਫਿਰ ਜਿਹੜਾ 250-300 ਦੇ ਵਿੱਚ ਦੁਕਾਨਦਾਰ ਵੇਚਦਾ ਜਾਂ ਤੁਸੀਂ ਵੀ ਇੱਥੇ ਵੇਚਦੇ ਹੋਵੋਗੇ ਕਿ ਉਹਦੇ ਵਿੱਚ ਕੁਝ ਵੱਖਰਾ ਹੀ ਫਿਲਟਰ ਲੱਗਾ ਹੈ ਸਰ ਹੁਣ ਇਹਦੇ ਵਿੱਚ ਆਪਾਂ ਆ ਜਾਂਦੇ ਆ ਆਪਾਂ ਇੱਕ ਵਰਡ ਯੂਜ਼ ਕੀਤਾ ਮਾਸਕ ਸਰ ਮਾਸਕ ਦਾ ਮਤਲਬ ਅੱਗੇ ਉਹਦੇ ਵਿੱਚ ਇੰਨੀ ਕੁ ਤਰ੍ਹਾਂ ਦੀ ਵੈਰਾਈਟੀ ਆ ਔਰ ਇੰਨੀ ਕੁ ਤਰ੍ਹਾਂ ਦੀ ਕੁਆਲਿਟੀ ਦੀ ਆ ਜਿਹਦਾ ਕੋਈ ਮਤਲਬ ਕਹਿ ਲਓ ਨਾ ਐਂਡ ਹੀ ਨਹੀਂ ਹੈਗਾ ਮੈਂ ਛੋਟਾ ਐਗਜ਼ਾਮਪਲ ਲੈ ਲੈਣਾ ਜੀ ਜੀ ਮੈਂ ਇੱਕ ਮਾਸਕ ਪਾਇਆ ਹੋਇਆ ਠੀਕ ਹੈ ਜੀ ਹੁਣ ਇਹ ਮਾਸਕ ਨਾ ਤੁਸੀਂ ਬਾਜ਼ਾਰ ਦੇ ਵਿੱਚ 1.5 ਰੁਪਏ ਦਾ ਵੀ ਲੈ ਸਕਦੇ ਹੋ ਠੀਕ ਹੈ ਮੈਨੂੰ ਮਾਸਕ ਕਹਿੰਦਾ ਠੀਕ ਹੈ ਬਟ ਹੁਣ ਮੈਂ ਇਹਦੇ ਨਾ ਅੱਗੇ ਆਇਆ ਨਾ ਹੁਣ ਜਿਹੜਾ ਇਹ ਮਾਸਕ ਪਾਇਆ ਹੋਇਆ ਹੈ ਇਹ ਜੀ ਮਾਸਕ ਹੈਗਾ 10 ਰੁਪਏ ਦਾ ਮਾਸਕ ਹੈ ਠੀਕ ਹੈ ਜੋ ਆਦੀ ਰੇਟ ਦੇ ਵਿੱਚ ਪੁਰਾਣੇ ਟਾਈਮ ਦੇ ਤਾਂ ਇਹ ਵੀ 2 3 4 5 ਰੁਪਏ ਦਾ ਵਿਕਦਾ ਸੀਗਾ ਅੱਜ ਹੁਣ ਇਹ ਮਾਸਕ ਤੁਸੀਂ ਕਹੋਗੇ ਯਾਰ ਬਾਜ਼ਾਰ 'ਚ ਤਾਂ 1.5 ਰੁਪਏ ਦਾ ਮਿਲਦਾ ਤੁਸੀਂ 10 ਰੁਪਏ ਦਾ ਕਹਿ ਰਹੇ ਹੋ ਸਰ ਇਹਦੇ ਅੰਦਰ ਇੱਕ ਮੈਲਟ ਬਲੋਨ ਫਿਲਟਰ ਲੱਗਿਆ ਹੋਇਆ ਠੀਕ ਹੈ ਜਿਹਦੇ ਵਿੱਚ 20 GSM ਦਾ ਮੈਲਟ ਬਲੋਨ ਹੁਣ ਮੈਲਟ ਬਲੋਨ ਦੀ ਵੀ ਕਈ ਕਿਸਮਾਂ ਹੁੰਦੀਆਂ ਨੇ ਹੁਣ ਇਹ ਆਮ ਪਬਲਿਕ ਨੂੰ ਕਈ ਵਾਰ ਨਹੀਂ ਪਤਾ ਹੁੰਦਾ ਵੀ ਆਲਵੇਜ਼ ਟਰਾਈ ਟੂ ਸਾਡੇ ਕੋਲ ਕੋਈ ਕਸਟਮਰ ਆਉਂਦਾ ਹੈ ਕੋਈ ਪੇਸ਼ੈਂਟ ਆਉਂਦਾ ਵੀ ਆਲਵੇਜ਼ ਟਰਾਈ ਟੂ ਐਜੂਕੇਟ ਦੈਮ ਹੁਣ ਜਿਹੜੀ ਜਿੰਦੂ ਜੀ ਨੇ ਗੱਲ ਕੀਤੀ ਜੀ ਉਹ ਮਾਸਕ ਜੀ 35 ਰੁਪਏ ਦਾ ਸਰ ਬਿਲਕੁਲ ਆਉਂਦਾ ਹੋਊਗਾ ਤੁਹਾਨੂੰ 35 ਰੁਪਏ ਦਾ ਇਹਦੇ ਵਿੱਚ ਕੋਈ ਡਿਨਾਈ ਨਹੀਂ ਮੈਂ ਐਗਜ਼ਾਮਪਲ ਦੀ ਗੱਲ ਕਰ ਰਿਹਾ ਇੱਕ 3M ਦਾ ਨਾ ਮਾਸਕ ਆਉਂਦਾ ਹੈਗਾ ਠੀਕ ਹੈ ਜੀ ਉਹ ਮਾਸਕ ਅਰਾਊਂਡ N95 ਦੀ ਮਾਸਕ ਦੀ ਗੱਲ ਕਰ ਲਈਏ ਔਰ ਕੋਈ ਮਾਸਕ 150 ਰੁਪਏ ਦਾ ਵੀ ਆਉਂਦਾ ਕੋਈ ਮਾਸਕ 300 ਰੁਪਏ ਦਾ ਵੀ ਆਉਂਦਾ ਉਹਦੇ ਵਿੱਚ ਵੀ ਕਈ ਕਿਸਮਾਂ ਨੇ ਠੀਕ ਹੈ ਜੀ ਤੁਸੀਂ ਕਿਹੜਾ ਲੈਣਾ ਚਾਹੁੰਦੇ ਹੋ ਬਟ ਹੁਣ ਮੈਂ ਐਗਜ਼ਾਮਪਲ ਲੈ ਲੈਣਾ ਜੀ ਸਾਡੇ ਕੋਲ ਨਾ ਇੱਕ ਮਾਸਕ ਪਿਆ ਜੀ ਉਹਨੇ N95 ਮਾਸਕ ਹੈਗਾ ਜੀ ਇਹਦੇ ਉੱਪਰ ਲਿਖਿਆ ਨੋਸ਼ USA ਤੇ ਇਹ ਕੰਪਨੀ ਹੈਗੀ ਹੈ ਇਹ ਫੈਡਰੇਸ਼ਨ ਦੇ ਨਾਲ ਇੱਕ ਕੰਮ ਕਰਦੀ ਹੈ ਜਿਹਦੇ ਵੱਲੋਂ ਇੱਕ ਸਰਟੀਫਾਈਡ ਮਾਸਕ ਹੈਗਾ ਹੁਣ ਇਦਾਂ ਹੀ ਮਾਸਕ ਆਉਂਦੇ ਨੇ ਜਿਹੜੇ ਸਰਟੀਫਾਈਡ ਨਹੀਂ ਹੁੰਦੇ ਲੱਗਿਆ ਉਹਦੇ ਵਿੱਚ ਵੀ ਸਮਾਨ ਹੋਇਆ ਬਟ ਹੁਣ ਉਹ ਕਿੰਨੇ ਕੁ ਇਫੈਕਟਿਵ ਨੇ ਕਿੰਨੇ ਕੁ ਨਹੀਂ ਹੈ ਮੈਂ ਨਹੀਂ ਕਹਿੰਦਾ ਕਿ ਜੋ ਮਾਸਕ ਵੇਚ ਰਹੇ ਨੇ ਉਹ ਮਾੜਾ ਹੈ ਜਾਂ ਚੰਗਾ ਬਟ ਮੈਂ ਕਹਿਣਾ ਚਾਹੁੰਦਾ ਕਿ ਜਿਵੇਂ ਆਪਾਂ ਗੱਡੀ ਲੈਣ ਚੱਲ ਜਾਂਦੇ ਆ ਗੱਡੀ ਮਤਲਬ ਕਹਿ ਲਓ 3 ਲੱਖ ਦੀ ਵੀ ਆਉਂਦੀ ਹੈ ਗੱਡੀ 35 ਲੱਖ ਦੀ ਵੀ ਆਉਂਦੀ ਹੈ ਜਿੰਨਾ ਤੁਸੀਂ ਗੁੜ ਪਾਈਏ ਉਹਨਾਂ ਮਿੰਠਾ ਨਿਕਲੀ ਜਾਂਦਾ ਹੁਣ ਤੁਸੀਂ ਇਹ ਨਹੀਂ ਕਹਿ ਸਕਦੇ ਜਿਹੜਾ 300 ਰੁਪਏ ਵਾਲਾ ਮਾਸਕ ਹੈਗਾ ਠੀਕ ਹੈ ਉਹ ਵੀ ਘਟੀਆ ਹੋ ਗਿਆ ਮਹਿੰਗਾ ਹੋ ਗਿਆ ਬਟ ਹੁਣ ਹਰ ਕਿਸੇ ਦੀ ਰਿਕੁਆਇਰਮੈਂਟ ਹੈਗੀ ਹੈ ਹੁਣ ਇੱਕ ਜਿਹੜਾ ਹੁਣ N95 ਯੂਜੂਅਲੀ ਇਹ ਮਾਸਕ ਜਦੋਂ ਆਇਆ ਸੀਗਾ ਇਹ ਪਹਿਲਾਂ ਨਾ ਸਵਾਈਨ ਫਲੂ ਚੱਲਿਆ ਸੀ ਉਦੋਂ ਆਇਆ ਸੀ ਇਹ N95 ਔਰ N95 ਉੱਥੇ ਯੂਜ਼ ਕੀਤਾ ਜਾਂਦਾ ਹੈ ਜਿੱਥੇ ਕਿ ਬਹੁਤ ਜ਼ਿਆਦਾ ਫੈਕਟਰੀ ਦੇ ਵਿੱਚ ਕਿਤੇ ਬਹੁਤ ਛੋਟੇ ਪਾਰਟੀਕਲਸ ਉੜਦੇ ਨੇ ਕਿ ਉਹ ਅੰਦਰ ਜਾ ਸਕਦੇ ਨੇ ਤੁਹਾਡੇ ਲੰਗਸ ਜਾਂ ਤੁਹਾਡੇ ਰੈਸਪੀਰੇਟਰੀ ਸਿਸਟਮ ਨੂੰ ਡੈਮੇਜ ਕਰ ਸਕਦੇ ਨੇ ਹੁਣ ਕਦੀ ਵੀ ਕੀ ਹੁੰਦਾ ਜਦੋਂ ਇਹ ਸਰਟੀਫਾਈਡ ਮਾਸਕ ਕਿਉਂ ਆਉਂਦੇ ਨੇ ਹੁਣ ਮੈਂ ਇਹਦੀ ਵੀ ਗੱਲ ਇੱਕ ਕਹਿੰਦਾ ਕਿ ਤੁਸੀਂ ਕਹੋਗੇ ਯਾਰ ਅਸੀਂ ਸਰਟੀਫਿਕੇਸ਼ਨ ਤੋਂ ਕੀ ਲੈਣਾ ਬੰਦਾ ਕਹਿ ਦਿੰਦਾ ਕਿ ਡਿਬੇਟ ਕਰਨ ਨੂੰ ਬਹੁਤ ਚੀਜ਼ਾਂ ਨੇ ਬੰਦਾ ਕਹਿੰਦੇ ਨੇ ਜੀ ਕੀ ਜ਼ਰੂਰਤ ਹੈ ਜੀ ਸਰਟੀਫਾਈਡ ਮਾਸਕ ਲੈਣ ਦੀ ਇਹ ਜ਼ਰੂਰਤ ਹੈਗੀ ਹੈ ਲੈਟਸ ਸਪੋਜ਼ ਇੱਕ ਡਾਕਟਰ ਹੈ ਉਹ ਕੋਵਿਡ ਪੇਸ਼ੈਂਟ ਦੇ ਕੋਲ ਜਾ ਰਿਹਾ ਜਿਹਨੂੰ ਆਲਰੇਡੀ ਹੈਗਾ ਹੀ ਇਜ਼ ਨਾਟ ਗੋਨਾ ਟੇਕ ਐਨੀ ਕਾਈਂਡ ਆਫ ਅ ਰਿਸਕ ਕਿ ਯਾਰ ਮੈਂ ਜੋ ਚੀਜ਼ ਪਾਈ ਹੈ ਉਹਦੀ ਔਥੈਂਟੀਕੇਸ਼ਨ ਕਿੰਨੀ ਕੁ ਹੈਗੀ ਹੈ ਹੁਣ ਇਹੀ ਮਾਸਕ ਦੇ ਵਿੱਚ ਯੂਜੂਅਲੀ ਇਹ ਹੌਜ਼ਰੀ ਦੇ ਵਿੱਚ ਵੀ ਬਣਨ ਲੱਗ ਗਿਆ ਸੀਗਾ ਉਹਦੇ ਵਿੱਚ ਹੁਣ ਇਹਨੂੰ ਆਪਾਂ 3 ਪਲਾਈ ਮਾਸਕ ਕਹਿੰਦੇ ਨੇ 3 ਪਲਾਈ ਮਾਸਕ ਦੇ ਵਿੱਚ ਆਪਾਂ 3 ਪਲਾਈ ਨੂੰ ਕਿੰਨੇ ਕਹਿ ਲੈਂਦੇ ਹਾਂ ਕਿ ਯਾਰ 3 ਲੇਅਰਾਂ ਲਾ ਦਈਏ ਤੇ ਮਾਸਕ ਤਿਆਰ ਹੋ ਗਿਆ ਬਟ ਸਰ ਹਰ ਲੇਅਰ ਦਾ ਇੱਕ ਡਿਫਰੈਂਟ ਮੀਨਿੰਗ ਹੈ ਜਿਹੜੀ ਫਰੰਟ ਵਾਲੀ ਲੇਅਰ ਹੈ ਇਹ ਕੋਈ ਵੀ ਡ੍ਰੌਪਲੇਟਸ ਨੂੰ ਰੋਕਦੀ ਹੈ ਜਿਹੜੀ ਸੈਂਟਰ ਵਾਲੀ ਹੈ ਉਹ ਮੈਲਟ ਬਲੋਨ ਹੁਣ ਮੈਲਟ ਬਲੋਨ ਫਿਲਟਰ ਕਿਸ ਤੋਂ ਸਰਟੀਫਾਈਡ ਹੋਇਆ ਉਹਦੀ ਇੱਕ ਸਰਟੀਫਿਕੇਸ਼ਨ ਆਉਂਦੀ ਹੈ ਸਰਟੀਫਿਕੇਸ਼ਨ ਉਹ ਜਿਹੜਾ ਮੈਂ ਇਹਦੇ ਵਿੱਚ ਮੈਲਟ ਬਲੋਨ ਹੈਗਾ ਇਹ 20 GSM ਦਾ ਮੈਲਟ ਬਲੋਨ ਹੈ ਜਿਹੜਾ ਕਿ 90.9% ਬੈਕਟੀਰੀਆ ਨੂੰ ਰੋਕਦਾ ਜਿਹੜੀ ਇਨਰ ਲੇਅਰ ਹੁੰਦੀ ਹੈ ਇਹ ਬਰੀਦੇਬਲ ਲੇਅਰ ਹੁੰਦੀ ਹੈ ਹੁਣ ਇਹ ਗੱਲਾਂ
ਮਤਲਬ ਇੱਕ ਕੰਪਨੀ ਦੀ ਜ਼ਿੰਮੇਵਾਰੀ ਬਣ ਜਾਂਦੀ ਹੈ ਜੋ ਇਹ ਤੁਸੀਂ ਮਾਸਕ ਦਿਖਾ ਰਹੇ ਹੋ ਤਾਂ ਇਹ ਜੋ ਸਰਟੀਫਾਈਡ ਜਿਸ ਕੰਪਨੀ ਤੋਂ ਨੌਸ USA ਤੋਂ ਤਾਂ ਇਸ ਦੀ ਜ਼ਿੰਮੇਵਾਰੀ ਹੈ ਅਗਰ ਕੱਲ ਨੂੰ ਕਿਸੇ ਵੀ ਡਾਕਟਰ ਨੂੰ ਜਾਂ ਕਿਸੇ ਮਰੀਜ਼ ਨੂੰ ਇਫੈਕਟ ਕਰ ਮਤਲਬ ਕਿ ਹੁਣ ਸਰਟੀਫਾਈਡ ਕੀ ਹੁੰਦਾ ਮੈਂ ਐਗਜ਼ਾਮਪਲ ਲੈਣਾ ਕਦੀ ਵੀ ਆਪਾਂ ਇੱਕ ਗੱਡੀ ਲੈਂਦੇ ਆ ਉਹਨਾਂ ਦੇ ਨਾ ਕ੍ਰੈਸ਼ ਟੈਸਟ ਕੀਤੇ ਜਾਂਦੇ ਆ ਕਿ ਉਹਨੂੰ ਫਿਰ ਇੱਕ ਨਾ ਰੈਗੂਲੇਟਰੀ ਵੱਲੋਂ ਸਰਕਾਰੀ ਰੈਗੂਲੇਟਰੀ ਵੱਲੋਂ ਇੱਕ ਉਹਨੂੰ ਸਟਾਰਸ ਦਿੱਤੇ ਜਾਂਦੇ ਯਾਰ ਇੰਨੀ ਸੇਫਟੀ ਵਾਈਜ਼ ਇੰਨੀ ਹੈਗੀ ਹੈ ਸੇਮ ਇਹੀ ਹੈ ਇੱਕ ਕੰਪਨੀ ਨੇ ਮਾਸਕ ਬਣਾਇਆ ਉਹ ਆਪਣੀ ਇਹਨਾਂ ਤੋਂ ਸਰਟੀਫਾਈਡ ਕਰਵਾਉਂਦੀ ਹੈ ਕਿ ਸਾਡੀ ਜੀ ਆਹ ਸਾਡੇ ਮਾਸਕ ਦੀ ਮਤਲਬ ਇੰਨੀ ਇਹ ਚੀਜ਼ ਰੋਕ ਸਕਦਾ ਹੈ ਠੀਕ ਹੈ ਤੇ ਇਸ ਗੱਲ ਨਹੀਂ ਆਮ ਜਿਹੜੇ ਪਬਲਿਕ ਨੂੰ ਤੇ ਤੋਂ ਪਤਾ ਲੱਗ ਜਾਂਦਾ ਜਾਂ ਡਾਕਟਰਸ ਨੂੰ ਕਿਸੇ ਨੂੰ ਕਿ ਯਾਰ ਹਾਂ ਮੈਂ ਇੱਕ ਸਰਟੀਫਾਈਡ ਚੀਜ਼ ਲੈ ਰਿਹਾ ਲੈਟਸ ਸਪੋਜ਼ ਇੱਕ ਬੰਦਾ ਗੱਡੀ ਲੈ ਰਿਹਾ ਉਹਦੇ ਯਾਰ ਉਹਨੂੰ ਸੇਫਟੀ ਵੱਲੋਂ 5 ਸਟਾਰ ਮਿਲੇ ਹੋਏ ਨੇ ਬੰਦਾ ਕਹਿੰਦਾ ਯਾਰ ਮੈਂ ਗੱਡੀ ਲੈ ਰਿਹਾ ਮੈਂ ਸੇਫ ਹੈਗਾ ਤੇ ਇਸ ਚੀਜ਼ ਤੋਂ ਲੈ ਕੇ ਹੈਗਾ ਮਾਸਕ ਤਾਂ ਦੇਖੋ ਜੀ ਮੈਂ ਆਪ ਐਜ਼ ਅ ਦੁਕਾਨਦਾਰ ਮੈਂ ਜੀ ਆਹ ਮਾਸਕ ਪਾਉਣਾ ਮੈਂ ਨਾਰਮਲ N95 ਨਹੀਂ ਪਾਉਂਦਾ ਠੀਕ ਹੈ N95 ਉੱਥੇ ਜ਼ਰੂਰਤ ਹੈ ਜਿੱਥੇ ਤੁਸੀਂ ਕੋਵਿਡ ਪੇਸ਼ੈਂਟਸ ਦੇ ਨੀਅਰ ਬਾਏ ਜਾ ਰਹੇ ਹੋ ਜਾਂ ਤੁਸੀਂ ਇਹੋ ਜਿਹੀ ਕਿਸੇ ਜਗ੍ਹਾ ਤੇ ਹੋ ਜਿੱਥੇ ਕੋਈ ਸੋਸ਼ਲ ਡਿਸਟੈਂਸਿੰਗ ਨਹੀਂ ਹੈਗੀ ਜਾਂ ਤੁਸੀਂ ਬਹੁਤ ਜ਼ਿਆਦਾ ਐਗਜ਼ਾਮਪਲ ਲੈਣਾ ਤੁਸੀਂ ਫਲਾਈਟ ਦੇ ਵਿੱਚ ਪਾਉਣਾ ਚਾਹੁੰਦੇ ਹੋ ਉੱਥੇ ਪਾਓ ਮੈਂ ਤਾਂ ਨਾਰਮਲੀ ਰਿਕਮੈਂਡ ਕਰਦਾ ਕਿ 3 ply ਮਾਸਕ ਇਜ਼ ਗੁੱਡ ਇਨਫ ਰਾਈਟ ਬਾਕੀ ਮੈਂ ਇਹੀ ਕਹਿਣਾ ਚਾਹੁੰਦਾ ਕਿ ਜਿਹੜਾ ਇਹ ਪ੍ਰੋਪੇਗੈਂਡਾ ਬਣਾਇਆ ਗਿਆ ਮੇਰੀ ਇੱਕ ਰਿਕੁਐਸਟ ਹੈਗੀ ਹੈ ਪਲੀਜ਼ ਬਦਨਾਮ ਨਾ ਕੀਤਾ ਜਾਵੇ ਠੀਕ ਹੈ ਜੋ ਐਕਚੁਅਲ ਦੇ ਸੱਚਾਈ ਹੈਗੀ ਹੈ ਉਹੀ ਦਿਖਾਈ ਜਾਵੇ ਸਿਰਫ ਮੈਂ ਇਹ ਸਮਝ ਮੈਨੂੰ ਜੋ ਲੱਗ ਰਿਹਾ ਮੈਨੂੰ ਇਹਨਾਂ ਦੇਖ ਕੇ ਦੁੱਖ ਲੱਗਿਆ ਇਸ ਗੱਲ ਤੋਂ ਕਿ ਤੁਸੀਂ ਆਹ ਚੀਜ਼ਾਂ ਦੀ ਚੀਜ਼ ਦੱਸਦੇ ਮਤਲਬ ਇੰਨਾ ਕਿ ਪੇਸ਼ੈਂਟਸ ਨੂੰ ਕਨਫਿਊਜ਼ ਕਰਤਾ ਔਰ ਤੁਸੀਂ ਬਿਲੀਵ ਕਰੋ ਅਸੀਂ ਕਈ ਵਾਰ ਪੇਸ਼ੈਂਟ ਅਟੈਂਡ ਕਰਦੇ ਆ ਕਸਟਮਰ ਕਈ ਵਾਰ ਆਉਂਦੇ ਆ ਸਾਨੂੰ ਇੰਨਾ ਕੁ ਫੀਲ ਹੁੰਦਾ ਯਾਰ ਕਸਟਮਰ ਕਹਿੰਦਾ ਯਾਰ ਅੱਛਾ ਅਸੀਂ ਚੀਜ਼ ਵੇਚੀ ਕਸਟਮਰ ਦੇ ਮਾਈਂਡ ਸੈਟ 'ਚ ਇਹੀ ਬਣਾਤਾ ਯਾਰ ਇਹ ਤਾਂ ਯਾਰ ਬਹੁਤ ਕਮਾ ਗਿਆ ਯਾਰ ਈਵਨ ਕਿ ਜਦੋਂ ਇੱਕ ਆਮਿਰ ਖਾਨ ਦਾ ਜੀ ਸ਼ੋਅ ਆਇਆ ਸੀਗਾ ਉਹਦੇ ਵਿੱਚ ਵੀ ਮੈਂ ਕਹਿਣਾ ਚਾਹੂੰਗਾ ਉਹਨਾਂ ਨੇ ਵੀ ਜੈਨਰਿਕ ਤੇ ਐਥੀਕਲ ਦੀ ਗੱਲ ਕੀਤੀ ਸੀਗੀ ਕੋਈ ਵੀ ਡਾਕਟਰ ਮੈਂ ਸਟਾਰਟਿੰਗ 'ਚ ਵੀ ਇਹ ਗੱਲ ਕਹੀ ਸੀ ਕਿਸੇ ਵੀ ਸੀਨੀਅਰ ਤੋਂ ਸੀਨੀਅਰ ਡਾਕਟਰ ਕੋਈ ਤੁਸੀਂ ਵਧੀਆ ਸਮਝਦੇ ਹੋ ਕਿ ਉਹਨੂੰ ਪੁੱਛ ਕੇ ਦੇਖ ਲਓ ਉਹਨਾਂ ਨੂੰ ਇੱਕ ਗੱਲ ਸਵਾਲ ਪੁੱਛ ਕੇ ਦੱਸੋ ਸਰ ਤੁਸੀਂ ਜੈਨਰਿਕ ਤੇ ਐਥੀਕਲ ਦੇ ਵਿੱਚ ਤੁਸੀਂ ਇਫੈਕਟਿਵਨੈਸ ਦਾ ਫਰਕ ਸਮਝਦੇ ਹੋ ਕਿ ਨਹੀਂ ਸਮਝਦੇ ਹੋ ਮੈਂ ਇਹਨੂੰ ਕਹਿੰਦਾ ਇਫੈਕਟਿਵਨੈਸ ਦਾ ਫਰਕ ਹੈਗਾ ਮੇਰੇ ਆਪ ਦੇ ਜਾਂ ਸਾਡੇ ਕੋਈ ਨੀਅਰ ਬਾਏ ਕੋਈ ਕਲੋਜ਼ ਰਿਸ਼ਤੇਦਾਰ ਹੋ ਦੋਸਤ ਹੋਣ ਈਵਨ ਕਿ ਸਾਡੇ ਕੋਲ ਕੋਈ ਪੇਸ਼ੈਂਟ ਆਵੇ ਜੇ ਉਹ ਸਾਨੂੰ ਕੋਈ ਗੱਲ ਪੁੱਛਦਾ ਅਸੀਂ ਹਮੇਸ਼ਾ ਉਹਨੂੰ ਕਹਿੰਦੇ ਭਾਜੀ ਤੁਸੀਂ ਨਾ ਆਹ ਚੀਜ਼ ਨਾ ਲਓ ਆਹ ਲਓ ਇਹ ਇੰਨੇ ਦੀ ਹੈ ਬਟ ਭਾਜੀ ਤੁਸੀਂ 5 ਦਿਨ 'ਚ ਠੀਕ ਹੋ ਜੂਗੇ ਹੁਣ ਐਥੀਕਲ ਦੇ ਵਿੱਚ ਤੁਸੀਂ ਜੈਨਰਿਕ ਦੇ ਵਿੱਚ ਇੱਕ ਫਰਕ ਮੈਂ ਤੁਹਾਨੂੰ ਸਭ ਤੋਂ ਵੱਡਾ ਫਰਕ ਦੱਸਦਾ ਕਿੱਥੇ ਮਾਰ ਪੈਂਦੀ ਆ ਜੈਨਰਿਕ ਜੀ ਹੁਣ ਪਹਿਲੀ ਗੱਲ ਤਾਂ ਇੱਥੇ ਰੇਟ ਵੈਸੇ ਹੀ ਸਸਤਾ ਵਿਕਦਾ ਇੱਕ ਪੇਸ਼ੈਂਟ ਜੀ ICU 'ਚ ਐਡਮਿਟ ਆਪਾਂ ਐਗਜ਼ਾਮਪਲ ਲੈ ਲੈਂਦੇ ਹਾਂ ਜੀ ਉਹ ਸੀਰੀਅਸ ਹੈਗਾ ICU 'ਚ ਉਹ ਪੇਸ਼ੈਂਟ ਹੁੰਦਾ ਜਿਹੜਾ ਸੀਰੀਅਸ ਹੁੰਦਾ ਹੁਣ ਉਹਨੂੰ ਕੀ ਮੇਨ ਐਂਟੀਬਾਇਓਟਿਕਸ ਚੱਲਦੇ ਹੁੰਦੇ ਨੇ ਐਂਟੀਬਾਇਓਟਿਕਸ ਜੇ ਅਸਰ ਕਰੂਗੀਆਂ ਤਾਂ ਮਰੀਜ਼ ਠੀਕ ਹੋਊਗਾ ਤੇ ਜੇ ਉਹ ਆਪਣੇ ਘਰ ਜਾਊਗਾ ਹੁਣ ਕੀ ਹੁੰਦਾ ਆਪਾਂ ਉਹਨੂੰ ਮਰੀਜ਼ ਨੂੰ ਨਾ ਆਪਾਂ ਜੈਨਰਿਕ ਚੀਜ਼ ਲਗਾਉਣੀ ਸ਼ੁਰੂ ਕਰਤੀ ਠੀਕ ਹੈ ਜੀ ਉਹ ਜਿਹੜੇ ਮਰੀਜ਼ ਨੇ 5 ਦਿਨ 'ਚ ਠੀਕ ਹੋਣਾ ਸੀ ਉਹਨੇ ਉਹੀ 10 ਦਿਨ 'ਚ ਠੀਕ ਹੋਣਾ ਜਿਹੜਾ 5 ਦਿਨ ਦਾ ਬੈੱਡ ਦਾ ਖਰਚਾ ਜਾਂ ਫਲਾਣਾ ਖਰਚਾ ਹੈ ਉਹ ਕਿਹੜੇ ਖਾਤੇ ਆ ਠੀਕ ਹੈ ਜੀ ਹੁਣ ਕਈ ਡਾਕਟਰਸ ਮੈਂ ਤੁਹਾਨੂੰ ਇੱਕ ਸੀਨੀਅਰ ਡਾਕਟਰ ਦੀ ਗੱਲ ਕਰਦਾ ਜਿਹੜੇ ਬਹੁਤ ਅੱਛੇ ਲੈਵਲ ਤੇ ਨੇ ਉਹ ਕਈ ਡਾਕਟਰਸ ਦੀ ਪ੍ਰੈਫਰੈਂਸ ਹੁੰਦੀ ਆ ਉਹ ਹਮੇਸ਼ਾ ਇੱਕ ਮੈਂ ਡਾਕਟਰਸ ਨੂੰ ਬੜਾ ਇੱਕ ਅੱਛਾ ਸਮਝਦਾ ਔਰ ਮੈਂ ਇੰਨੀਆਂ ਕਿਉਂਕਿ ਅਸੀਂ ਦੇ ਪ੍ਰੋਫੈਸ਼ਨ ਤੋਂ ਅਸੀਂ ਜਾਣਦੇ ਨੇ ਚੀਜ਼ਾਂ ਨੇ ਕਿ ਡਾਕਟਰਸ ਇੰਨੇ ਕੁ ਵਧੀਆ ਨੇ ਕਈ ਉਹ ਹਮੇਸ਼ਾ ਦੇਖਦੇ ਨੇ ਅੱਛਾ ਯਾਰ ਇਹ ਬੰਦਾ ਅਫੋਰਡ ਕਰ ਸਕਦਾ ਇਹ ਬੰਦਾ ਨਹੀਂ ਅਫੋਰਡ ਕਰ ਸਕਦਾ ਜਿਹੜਾ ਬੰਦਾ ਅਫੋਰਡ ਕਰ ਸਕਦਾ ਡਾਕਟਰਸ ਹਮੇਸ਼ਾ ਉਹਨੂੰ ਇਹੋ ਜਿਹਾ ਮੋਲੀਕਿਊਲ ਲਿਖਦੇ ਨੇ ਕਿ ਯਾਰ ਜਲਦੀ ਠੀਕ ਹੋਵੇ ਆਪਣਾ ਜਲਦੀ ਘਰ ਜਾਵੇ ਹੁਣ ਕਈ ਬੰਦਾ ਨਹੀਂ ਅਫੋਰਡ ਕਰ ਸਕਦਾ ਬਟ ਕਈ ਸਸਤਿਆਂ ਦੇ ਵਿੱਚ ਵੀ ਅੱਛੇ ਆਉਂਦੇ ਨੇ ਬਟ ਤੁਸੀਂ ਇਹ ਨਹੀਂ ਕਹਿ ਸਕਦੇ ਤੁਸੀਂ ਇੱਕ ਵਧੀਆ ਚੀਜ਼ ਨੂੰ ਮਾੜੀ ਚੀਜ਼ ਨੂੰ ਕੰਪੈਰੀਜ਼ਨ ਕਰਕੇ ਠੀਕ ਹੈ ਉਹਦਾ ਹੀ ਕਹਿ ਦੋ ਯਾਰ ਆਹ ਚੀਜ਼ ਇੰਨੇ ਦੀ ਹੈ ਹੁਣ ਮੈਨੂੰ ਗੱਲ ਦਾ ਜਵਾਬ ਦਿਓ ਜੇ ICU 'ਚ ਪੇਸ਼ੈਂਟ ਹੋਵੇ ਉਹਨੂੰ ਮਾੜੀ ਚੀਜ਼ ਲੱਗ ਜੇ ਉਹ ਰਿਕਵਰੀ ਨਾ ਕਰ ਸਕੇ ਉਹ ਨਾ ਰਿਕਵਰ ਕਰ ਸਕੇ ਫਿਰ ਕੌਣ ਜ਼ਿੰਮੇਵਾਰ ਹੈ ਇੱਕ ਹੋਰ ਗੱਲ ਮੈਂ ਕਿਸੇ ਨਿਊਜ਼ ਚੈਨਲ ਦੇ ਵਿੱਚ ਦੇਖੀ ਸੀਗੀ ਉਹਨਾਂ ਨੇ ਇੱਕ ਗੱਲ ਕਹੀ ਸੀ ਜੀ ਸਾਡਾ ਨਾ ਜਿਹੜੀ ਕਣਕ ਵਗੈਰਾ ਜਦੋਂ ਐਕਸਪੋਰਟ ਹੋਣ ਲੱਗੀ ਸੀ ਸਾਡੇ ਪੈਸਟੀਸਾਈਡਸ ਵਾਲੇ ਸੀ ਉਹਨਾਂ ਨੇ ਬਾਹਰ ਨਹੀਂ ਲਿੱਤੀ ਠੀਕ ਹੈ ਜੀ ਕੋਈ ਅਮਰੀਕਾ ਵਾਲੇ ਦੇਸ਼ ਨੇ ਲਿੱਤੀ ਕਿਉਂ ਨਹੀਂ ਲਿੱਤੀ ਉਹਨਾਂ ਦਾ ਕੁਆਲਿਟੀ ਚੈੱਕ ਹੈਗਾ ਜੇ ਭਾਜੀ ਕੁਆਲਿਟੀ ਚੈੱਕ ਨਾ ਹੁੰਦਾ ਤਾਂ ਉਹ ਚੀਜ਼ ਲੈ ਲੈਂਦੇ ਨੇ ਇੱਦਾਂ ਹੀ ਜਦੋਂ ਕੋਈ ਰॉ ਮਟੀਰੀਅਲ ਕਿਸੇ ਮੈਡੀਸਨ ਦਾ ਬਾਹਰੋਂ ਆਉਂਦਾ ਹੈ ਜਾਂ ਕੋਈ ਬਾਹਰਲੀ ਕੰਪਨੀ ਉਹਨਾਂ ਦਾ ਕੁਆਲਿਟੀ ਚੈੱਕ ਇੰਨਾ ਕੁ ਸਟਰੋਂਗ ਹੁੰਦਾ ਹੈ ਉਹਨਾਂ ਦੀ ਇਫੈਕਟਿਵਨੈਸ ਦੇ ਵਿੱਚ 200% ਫਰਕ ਹੁੰਦਾ 200% ਫਰਕ ਹੈਗਾ ਮੈਨੂੰ ਗੱਲ ਦਾ ਜਵਾਬ ਦਿਓ ਇੱਕ ਡਾਕਟਰ ਪੈਂਟਾਪ੍ਰੋਜ਼ੋਲ ਦੀ ਉਹਨਾਂ ਨੇ ਗੱਲ ਕੀਤੀ ਸੀਗੀ ਪੈਂਟਾਪ੍ਰੋਜ਼ੋਲ ਇੱਕ ਡਾਕਟਰ ਮਾੜੀ ਕੰਪਨੀ ਦਾ ਲਿਖਦੇ ਜਾ ਵੀ ਯਾਰ ਜਿਹੜਾ ਮਰਜ਼ੀ ਲੈ ਲੈ ਤੁਸੀਂ ਮੈਨੂੰ ਗੱਲ ਦਾ ਜਵਾਬ ਦਿਓ ਮੈਂ ਇੱਕ ਡਾਕਟਰ ਕੋਲ ਗਿਆ ਮੈਂ ਡਾਕਟਰ ਮੈਨੂੰ ਸਾਲਟ ਲਿਖਤਾ ਪੈਂਟਾਪ੍ਰੋਜ਼ੋਲ ਮੈਨੂੰ ਬ੍ਰਾਂਡ ਨਹੀਂ ਲਿਖਿਆ
ਮੈਂ ਜਾ ਕੇ ਉਹਨੂੰ ਕਿ ਦੁਕਾਨਦਾਰ ਨੂੰ ਕਹਤਾ ਕੋਈ ਵੀ ਸਸਤਾ ਦੇ ਦੇ, ਮੈਂ ਨਹੀਂ ਠੀਕ ਹੋਇਆ, ਮੈਂ ਕਿਹਨੂੰ ਦੋਸ਼ ਦੇ ਜਾ ਕੇ ਦੋਸ਼ ਦੇਣਾ? ਮੈਂ ਤਾਂ ਡਾਕਟਰ ਨੂੰ ਦੋਸ਼ ਦੇਣਾ ਵੀ ਯਾਰ ਤੂੰ ਦਵਾਈ ਲਿਖੀ ਸੀ ਮੈਂ ਤਾਂ ਠੀਕ ਨਹੀਂ ਹੋਇਆ। ਮੈਂ 4 ਲੋਕਾਂ ਨੂੰ ਇਹ ਦੱਸੂਗਾ ਯਾਰ ਡਾਕਟਰ ਕੋਲ ਨਾ ਜਾਈਓ ਯਾਰ, ਇਹ ਡਾਕਟਰ ਦਾ ਨਾ ਮੈਡੀਸਿਨ ਅਸਰ ਨਹੀਂ ਕਰਦੀ। ਔਰ ਮੈਂ ਕਿਸੇ ਵੀ ਭਰਾ ਨੂੰ ਮੈਂ ਇੱਕ ਗੱਲ ਕਹਿਣਾ ਚਾਹੂੰਗਾ, ਤੁਸੀਂ ਕੋਈ ਵੀ ਪ੍ਰੋਫੈਸ਼ਨਲ ਦੀ ਹੈਲਪ ਲੈ ਲਓ। ਮੈਂ ਚਾਹੇ ਜਿੰਦੂ ਜੀ ਨੇ ਕੋਈ ਵੀ ਸੇਵਾ ਕਰਨਾ ਚਾਹੁੰਦਾ ਜਾਂ ਕੋਈ ਨੌਲੇਜ ਗੇਨ ਕਰਨਾ ਚਾਹੁੰਦਾ ਹੈ, ਮੈਂ ਸਿਰਫ ਇਹੀ ਕਹਿਣਾ ਚਾਹੂੰਗਾ ਤੁਸੀਂ ਕਿਸੇ ਪ੍ਰੋਫੈਸ਼ਨਲ ਦੀ ਹੈਲਪ ਲੈ ਲਓ। ਤੁਸੀਂ ਕਿਸੇ ਨੂੰ ਪੁੱਛ ਕੇ ਦੇਖ ਲਓ ਕਿ ਉਹਦੀ ਰਿਸਰਚ ਮੋਲੀਕਿਊਲ ਜਾਂ ਇੱਕ ਐਥੀਕਲ ਡਰੱਗ ਦੀ ਜਿਹੜੀ ਇੱਕ ਜੈਨਰਿਕ ਡਰੱਗ ਦਾ ਇਫੈਕਟਿਵਨੈਸ ਦਾ ਫਰਕ ਹੈਗਾ ਕਿ ਨਹੀਂ ਹੈਗਾ। ਹੁਣ ਪੈਰਾਸਿਪ ਦੀ ਗੱਲ ਕੀਤੀ ਸੀ ਭਾਜੀ, ਪੈਰਾਸਿਪ ਦੀ ਗੋਲੀ ਪੈਰਾਸੀਟਾਮੋਲ ਹੁੰਦਾ, ਪੈਰਾਸੀਟਾਮੋਲ ਦਾ ਜੀ ਉਹਦਾ ਕੰਮ ਹੁੰਦਾ ਜੀ ਬੁਖਾਰ ਲਾਣਾ। ਇਹ ਗੋਲੀ ਡੋਲੋ ਦੀ ਵੀ ਆਉਂਦੀ ਹੈ। ਮੈਂ ਇਹ ਪਬਲਿਕ ਨੂੰ ਮੇਰੇ ਖਿਆਲ ਨਾਲ ਮੋਸਟਲੀ ਸਭ ਨੂੰ ਪਤਾ ਹੀ ਹੋਊਗਾ ਕਿ ਡੋਲੋ ਦੀ ਇਫੈਕਟਿਵਨੈਸ ਤੇ ਆਮ ਪੱਤੇ ਦੀ ਇਫੈਕਟਿਵਨੈਸ ਦਾ ਕਿੰਨਾ ਫਰਕ ਹੈਗਾ। ਹੁਣ ਪੈਰਾਸਿਪ ਦਾ ਪੱਤਾ ਆਪਾਂ ਲੈਂਦੇ ਹਾਂ, ਹੁਣ ਮੈਂ ਐਗਜ਼ਾਮਪਲ ਲਵਾਂ, ਮੈਨੂੰ ਮੈਨੂਫੈਕਚਰਰ ਹੈ, ਮੈਂ ਪੈਰਾਸੀਟਾਮੋਲ ਬਣਾਉਣੀ ਹੈ, ਮੈਨੂੰ ਪਤਾ ਯਾਰ ਮੈਂ ਜੇ 5 ਰੁਪਏ ਦਾ ਪੱਤਾ ਕੱਢਣਾ ਹੈ ਤਾਂ ਮੈਂ ਇਹੋ ਜਿਹੀ ਜਗ੍ਹਾ ਤੋਂ ਲਊਂਗਾ ਨਾ ਜਿੱਥੋਂ ਕਿ ਸਸਤਾ ਰॉ ਮਟੀਰੀਅਲ ਸਸਤਾ ਮਿਲੂਗਾ। ਤੇ ਇਸੇ ਕਰਕੇ ਮੈਂ ਇਹੀ ਗੱਲ ਕਹਿਣਾ ਚਾਹੂੰਗਾ, ਪਲੀਜ਼ ਇਹਨੂੰ ਇੱਦਾਂ ਪ੍ਰੋਪੋਗੰਡਾ ਨਾ ਬਣਾਇਆ ਜਾਵੇ, ਪਲੀਜ਼ ਲੋਕਾਂ ਦੀ ਹੈਲਪ ਕੀਤੀ ਜਾਵੇ, ਠੀਕ ਹੈ। ਔਰ ਉਸ ਗੱਲ ਨੂੰ ਸਿਰਫ ਇੱਦਾਂ ਨਹੀਂ ਕਰਨਾ ਚਾਹੀਦਾ ਕਿ ਹੈਲਪ, ਮੈਨੂੰ ਇਹ ਮੁੱਦਾ ਹੈਲਪ ਦਾ ਘੱਟ ਲੱਗ ਰਿਹਾ, ਇਹ ਮੁੱਦਾ ਦੂਜਿਆਂ ਨੂੰ ਬਦਨਾਮ ਕਰਨ ਦਾ ਜ਼ਿਆਦਾ ਲੱਗ ਰਿਹਾ। ਬਹੁਤ ਬਹੁਤ ਸ਼ੁਕਰੀਆ ਸੰਦੀਪ ਸਾਡੇ ਨਾਲ ਗੱਲਬਾਤ ਕਰਨ ਲਈ। ਸੋ ਇਹਨੇ ਸੰਦੀਪ ਤੇ ਇਹਨਾਂ ਨੇ ਬਹੁਤ ਵਧੀਆ ਆਪਣਾ ਪੱਖ ਰੱਖਿਆ ਕਿ ਹਰ ਇੱਕ ਉਂਗਲੀ ਜੋ 5 ਉਂਗਲਾਂ ਨੇ ਉਹ ਬਰਾਬਰ ਨਹੀਂ ਹੁੰਦੀਆਂ। ਕਰਪਸ਼ਨ ਸਾਰੇ ਕਿਤੇ ਨਹੀਂ ਹੈ। ਜੇ ਗੱਲ ਕਰਦੇ ਹਾਂ ਆਪਾਂ ਕਈ ਚੀਜ਼ਾਂ ਦੇ ਵਿੱਚ ਮਾਰਜਨ ਦੀ ਗੱਲ ਕੀਤੀ ਜਾਂਦੀ ਹੈ ਤਾਂ ਕੰਪੀਟੀਸ਼ਨ ਦਾ ਵੀ ਦੌਰ ਇਹਨਾਂ ਨੇ ਜ਼ਰੂਰ ਦੱਸਿਆ ਕਿ ਇਹਨਾਂ ਦੀਆਂ ਵੀ ਬਹੁਤ ਮਜਬੂਰੀਆਂ ਨੇ। ਬ੍ਰਾਂਡ ਦਾ ਜ਼ਰੂਰ ਇਹਨਾਂ ਨੇ ਦੱਸਿਆ ਕਿ ਇੱਕ ਬ੍ਰਾਂਡ, ਇੱਕ ਜੋ ਠੱਪਾ ਕਿਸੇ ਵੀ ਕੰਪਨੀ ਦਾ ਲੱਗਦਾ ਉਹ ਇੱਕ ਅਸਰਦਾਰ ਜੋ ਹੁੰਦੀ ਹੈ ਦਵਾਈ ਉਹਦਾ ਜ਼ਰੂਰ ਫਰਕ ਹੁੰਦਾ, ਉਸੇ ਕਰਕੇ ਉਸਦਾ ਰੇਟ ਵੱਧ ਹੁੰਦਾ। ਸੋ ਇਹ ਇਹਨਾਂ ਦੇ ਵਿਚਾਰ ਸੀ। ਤੁਹਾਨੂੰ ਕਿਵੇਂ ਲੱਗੇ ਇਹ ਆਪਣੇ ਕਮੈਂਟ ਰਾਹੀਂ ਜ਼ਰੂਰ ਸਾਨੂੰ ਦੱਸ ਦੇਣਾ। ਸੋ ਕੈਮਰਾ ਪਰਸਨ ਸੰਜੀਵ ਸੂਦ ਦੇ ਨਾਲ ਮੈਂ ਯਾਦਵਿੰਦਰ ਸਿੰਘ ਤੂਰ, ਲੁਧਿਆਣਾ।